ਪੰਜਾਬ ਦੇ ਸੱਤਾਧਾਰੀਆਂ 'ਚ ਉੱਭਰ ਆਏ ਨੇ ਮਤਭੇਦ ਔਰ ਇਹ ਮਤਭੇਦ ਦੋ ਅਹਿਮ ਅਹੁਦਿਆਂ ਤੇ ਬੈਠੇ ਵਿਅਕਤੀਆਂ ਦਰਮਿਆਨ ਨੇ। ਤੁਸੀਂ ਸੋਚਦੇ ਹੋਵੋਗੇ ਕਿ ਗਵਰਨਰ ਤੇ ਸੀਐਮ 'ਚ ਤੇ ਆਮ ਹੀ ਫਸੀ ਰਹਿੰਦੀ ਹੈ, ਪਰ ਇਸ ਵਾਰੀ ਵਿਚਾਰਕ ਮਤਭੇਦ ਉਹਨਾਂ ਦੋ ਅਹੁਦਿਆਂ 'ਚ ਨਹੀਂ, ਉਹ ਤਾਂ ਚੱਲਦੇ ਹੀ ਰਹਿੰਦੇ ਨੇ। ਇਸ ਵਾਰੀ ਸਪੀਕਰ ਤੇ ਮੁੱਖ ਮੰਤਰੀ ਦਰਮਿਆਨ ਇੱਕੋ ਹੀ ਮੁੱਦੇ ਤੇ ਦੋ ਵੱਖ-ਵੱਖ ਤਰ੍ਹਾਂ ਦੀ ਰਾਏ ਆ। ਕਾਫੀ ਅਹਿਮ ਮਾਮਲਾ ਕੀ ਮਤਭੇਦ ਨੇ ਤੇ ਕਿਉਂ ਨੇ, ਤੁਹਾਡੇ ਨਾਲ ਸਾਂਝ ਪਾਉਂਦੇ। ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕੱਲ ਰਾਘਵ ਚੱਡਾ ਦੇ ਦਿੱਲੀ ਸਥਿਤ ਬੰਗਲੋ ਦਾ। ਉਹ ਬੰਗਲਾ, ਉਹ ਕੋਠੀ ਜਿਹੜੀ ਉਹਨਾਂ ਨੂੰ ਅਲਾਟ ਹੋਈ ਆ, ਕੇਂਦਰੀ ਸੱਤਾ ਖੋਣ ਨੂੰ ਫਿਰਦੀ ਆ ਤੇ ਪ੍ਰਕਿਰਿਆ ਕਾਫੀ ਅੱਗੇ ਚਲੇਗੀ। ਤੇ ਹੁਣ ਇਹਦੇ ਵਿੱਚ ਇੱਕ ਫੈਸਲਾਕੁਨ ਮੂਵ ਹੈ, ਉਹਦੇ ਨਾਲ ਤੁਹਾਡੀ ਸਾਂਝ ਪਾਉਂਦੇ। ਤੀਜਾ ਮਾਮਲਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਕ ਥੱਲਦਾ ਹੈ। ਪੰਜਾਬ ਦੀ ਸਿਆਸਤ ਦੋ ਧਰੋਆਂ 'ਚ ਵੰਡੀ ਗਈ ਜਲੰਧਰ ਵਾਲੇ ਐਪੀਸੋਡ ਤੋਂ ਬਾਅਦ, ਔਰ ਇਹ ਕੰਸੋਲੀਡੇਟ ਹੋ ਰਿਹਾ ਵਿਰੋਧ। ਇੱਕ ਪਾਸੇ ਵਿਰੋਧੀ, ਦੂਜੇ ਬੰਨੇ ਸੱਤਾਧਾਰੀ। ਹੁਣ ਜੇਕਰ ਇਹ ਇੰਜ ਹੀ ਅੱਗੇ ਵੱਧਦਾ ਹੈ ਤਾਂ ਫਿਰ ਵਿਰੋਧੀ ਧਿਰਾਂ ਦੇ ਵਿੱਚ ਆਪਸੀ ਲੜਾਈ ਪੈ ਜਾਂਦੀ ਆ ਕਿ ਪ੍ਰੋਮੀਨੈਂਟ ਕੌਣ। ਬੀਜੇਪੀ ਆਪਣੇ ਤਰੀਕੇ ਨਾਲ ਅੱਗੇ ਵਧ ਰਹੀ ਹੈ। ਅਕਾਲੀ ਦਲ, ਕੱਲ ਸੁਖਬੀਰ ਸਿੰਘ ਬਾਦਲ ਕੁਝ ਕਹਿ ਰਹੇ ਸੀ ਕਿ ਤੁਹਾਡੇ ਨਾਲ ਸਾਂਝ ਪਾਉਂਦੇ ਆ, ਔਰ ਜਿਹੜੀ ਕਾਂਗਰਸੀ ਸਫਾ ਦੀ ਸਮਝ ਹੈ ਉਹਦੇ ਵਿੱਚ ਵੀ ਰੌਲੇ ਨੇ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਖੇਮਾ, ਉੱਪਰਲੀ ਲੀਡਰਸ਼ਿਪ ਪੁਰਾਣੇ ਗੱਠਜੋੜ ਦੇ ਭਾਈਵਾਲ ਜਿਹੜੇ ਸੀਗੇ ਉਹਨਾਂ ਨੂੰ ਲਿਉਰ ਰਹੀ ਆ, ਉਹਨਾਂ ਦੇ ਨਾਲ ਤੁਰਨ ਲਈ ਪੇਸ਼ਬੰਦੀਆਂ ਕਰ ਰਹੀ ਆ। ਪਰ ਥੱਲੇ ਦੇ ਪੱਧਰ ਦੇ ਉੱਤੇ ਇਹ ਲੜਾਈ ਕੁਝ ਹੋਰ ਤਰ੍ਹਾਂ ਦੀ ਆ। ਇਹਨਾਂ ਸਾਰੀਆਂ ਚੀਜ਼ਾਂ ਨਾਲ ਤੁਹਾਡੀ ਸਾਂਝ ਪਾਉਂਦੇ ਆ। ਆਪਾਂ ਸਭ ਤੋਂ ਪਹਿਲਾਂ ਚੱਲਦੇ ਆ ਇੰਦਰਪ੍ਰੀਤ ਜੀ ਕੋਲ, ਜਿਹੜੇ ਕੱਲ ਸਪੀਕਰ ਦੀ ਉਸ ਸਭਾ 'ਚ ਮੌਜੂਦ ਸੀਗੇ ਜਿਹੜੀ ਕਿਸਾਨ ਮਾਮਲਿਆਂ ਨੂੰ ਲੈ ਕੇ ਸੀਗੀ, ਔਰ ਉਹਦੇ ਵਿੱਚ ਸਪੀਕਰ ਸਾਹਿਬ ਪੰਜਾਬ ਦੇ ਸਿਆਸਤਦਾਨਾਂ ਦੀ ਲੜਾਈ 'ਚ ਕੁੱਦ ਪੈਂਦੇ ਆ, ਔਰ ਉਹ ਸ਼ੀਸ਼ਾ ਵਿਖਾਉਂਦੇ ਨੇ ਸਾਰੀਆਂ ਧਿਰਾਂ ਨੂੰ, ਵਿੱਚੇ ਮੁੱਖ ਮੰਤਰੀ ਆਪਣੇ ਨੂੰ, ਵੀ ਤੁਸੀਂ ਪਰਿਵਾਰਾਂ ਦੀ ਲੜਾਈ ਦੀ ਬਜਾਏ ਮੁੱਦਿਆਂ ਤੇ ਕਿਉਂ ਨਹੀਂ ਆਉਂਦੇ। ਇੰਦਰਪ੍ਰੀਤ ਜੀ ਗੱਲ ਤੋਰੋ। ਕੱਲ ਸਪੀਕਰ ਸਾਹਿਬ ਨੇ ਸਿਰਾ ਲਾਤਾ। ਵੈਸੇ ਸਪੀਕਰ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀ ਉਹ ਤੋਂ ਦੂਰ ਰਹਿੰਦੇ ਆ, ਪਰ ਇਹ ਤਾਂ ਸੈਮੀਨਾਰ ਸੀ, ਕਿਸੇ ਨੇ ਕਰਾਇਆ ਸੀ, ਸੰਧਵਾ ਸਾਹਿਬ ਪਹੁੰਚੇ, ਖੇਤੀ ਉਹਨਾਂ ਦਾ ਮਨ ਭਾਉਂਦਾ ਵਿਸ਼ਾ ਜਿਵੇਂ ਤੁਹਾਡਾ ਹੈ। ਦੱਸਿਓ ਜਰਾ ਇਹਦੇ ਪੋਲੀਟੀਕਲ ਮਾਇਨੇ ਕੀ ਹੈ। ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਇੱਕ ਸ਼ਬਦ ਬੜਾ ਠੀਕ ਯੂਜ਼ ਕੀਤਾ ਕਿ ਜਿਹੜੇ ਸਪੀਕਰ ਸਾਹਿਬ ਕੁੱਦਗੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਨਵਜੋਤ ਸਿੱਧੂ ਔਰ ਭਗਵੰਤ ਮਾਨ ਹੋਣੀ ਇੱਕ ਦੂਜੇ ਦੇ ਪਰਿਵਾਰਾਂ ਨੂੰ ਲੈ ਕੇ ਜਿਹੜੀ ਕਟਾਕਸ਼ ਕਰੀ ਜਾਂਦੇ ਨੇ ਇੱਕ ਦੂਜੇ ਦੇ ਉੱਤੇ, ਉਹ ਦੇ ਵਿੱਚ ਉਹਨਾਂ ਨੇ ਸ਼ੀਸ਼ਾ ਦਿਖਾਇਆ ਕਿ ਯਾਰ ਕੀ ਸੱਚਮੁੱਚ ਲੜਾਈ ਇਹ ਹੈ। ਮਤਲਬ ਇਸ ਤੇ ਅਸੀਂ ਬਹਿਸ ਦੇ ਵਿੱਚ ਪੈ ਕੇ ਸਾਰਾ ਟਾਈਮ ਆਪਣਾ ਗਵਾਉਣਾ ਕਿ ਅਸਲੀ ਮੁੱਦੇ ਕੁਝ ਹੋਰ ਨੇ। ਕੱਲ ਦੇਖੋ, ਭਾਰਤ ਕ੍ਰਿਸ਼ਕ ਸਮਾਜ ਔਰ ਫਾਰਮਰ ਜਿਹੜੇ ਪੰਜਾਬ ਕਿਸਾਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਅਜੇਵੀਰ ਜਾਖੜ, ਉਹਨਾਂ ਨੇ ਇੱਕ ਚੰਗਾ ਇਨੀਸ਼ੀਏਟਿਵ ਲਿੱਤਾ ਸੀਗਾ ਕਿ ਯਾਰ ਪੰਜਾਬ ਨੂੰ ਆਪਾਂ ਕਿਵੇਂ ਬਾਹਰ ਕੱਢ ਸਕਦੇ ਹਾਂ, ਕਿਵੇਂ ਮਤਲਬ ਫਸਲੀ ਚੱਕਰ ਸਾਡਾ ਜਿਹੜਾ ਪੈਡੀ ਔਰ ਵੀਟ ਦਾ ਹੈਗਾ ਇਸ ਤੋਂ ਬਾਹਰ ਲੈ ਕੇ ਆਈਏ। ਉੱਥੇ ਸਪੀਕਰ ਸਾਹਿਬ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ। ਉਹ ਕਹਿੰਦੇ ਵੀ ਤੁਸੀਂ ਤਾਂ ਕਹਿ ਰਹੇ ਹੋ ਵੀ ਵੀਟ ਤੇ ਉਹਦੇ ਚੱਕਰ ਚੋਂ ਬਾਹਰ ਲੈ ਕੇ ਆਣਾ, ਮੈਨੂੰ ਤਾਂ ਇਹ ਲੱਗ ਰਿਹਾ ਵੀ ਅਗਲੇ 5, 7, 10 ਸਾਲਾਂ 'ਚ ਕੀ ਸਾਡੇ ਕੋਲ ਕੋਈ ਖੇਤੀ ਕਰਨ ਵਾਲਾ ਵੀ ਰਹੂਗਾ ਕਿ ਨਹੀਂ ਰਹੂਗਾ। ਇਹ ਇਸ਼ੂ ਨੇ। ਔਰ ਪੰਜਾਬ ਦੇ ਜਿਹੜਾ ਕਿਸਾਨ ਹੈ, ਹੁਣ ਤਾਂ ਕਹਿੰਦੇ ਐਗਰੀਕਲਚਰ ਦੇ ਜਿਹੜੇ ਮਿਨਿਸਟਰੀ ਸੀਗੀ ਉਹ ਅੱਗੇ ਸੁਸਾਈਡ ਦੇ ਅੰਕੜੇ ਵੀ ਦਿੰਦੀ ਸੀਗੀ, NCRB ਵੀ ਦਿੰਦੀ ਹੁੰਦੀ ਸੀ, ਹੁਣ ਤਾਂ ਉਹਨਾਂ ਨੇ ਅੰਕੜੇ ਦੇਣੇ ਵੀ ਬੰਦ ਕਰਤੇ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸੁਸਾਈਡ ਹੋਣੀਆਂ ਬੰਦ ਹੋ ਗਈਆਂ ਨੇ। ਸੁਸਾਈਡ ਤਾਂ ਹਜੇ ਵੀ 1 ਜਾਂ 2 ਪੰਜਾਬ 'ਚ ਡੇਲੀ ਹੋ ਰਹੀਆਂ ਜੋ ਸਾਡਾ ਅੰਕੜਾ ਆ ਰਿਹਾ ਹੈ। ਪਰ ਇਸ ਤੇ ਕੌਣ ਗੱਲ ਕਰ ਰਿਹਾ ਹੈ? ਇਸ ਤੇ ਕੋਈ ਨਾ ਚੀਫ ਮਿਨਿਸਟਰ ਗੱਲ ਕਰ ਰਿਹਾ, ਨਾ ਵਿਪਕਸ਼ੀ ਦਲ ਕੋਈ ਗੱਲ ਕਰ ਰਿਹਾ। ਦੇਖੋ, ਜਿੰਨੀਆਂ ਵਿਰੋਧੀ ਧਿਰਾਂ ਨੇ, ਮੈਨੂੰ ਲੱਗਦਾ ਵੀ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਹੈ ਕਿ ਸਰਕਾਰ ਨੂੰ ਫਸਾ ਕੇ ਜੇ ਰੱਖਣਾ ਹੈ, ਆਪਣੀ ਗੱਲ ਟਰੈਕ ਤੇ ਆਣ ਹੀ ਨਹੀਂ ਦਿੰਦੇ ਉਹਨਾਂ ਨੂੰ ਕਿਸੇ ਗੱਲ ਦੇ ਉੱਤੇ। ਪਰ ਕੀ ਸਰਕਾਰ ਵੀ ਉਸ ਟਰੈਪ 'ਚ ਫਸਣਾ ਚਾਹੁੰਦੀ ਹੈ ਕਿ ਨਹੀਂ ਫਸਣਾ ਚਾਹੁੰਦੀ, ਇਹ ਸਰਕਾਰ ਦੇ ਉੱਤੇ ਹੈ। ਮੈਨੂੰ ਲੱਗਦਾ ਕਿ ਜਿਹੜਾ ਸਪੀਕਰ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਇਹ ਵਿਸ਼ੇ ਨਹੀਂ ਹੈਗੇ ਬਹਿਸ ਕਰਨ ਦੇ ਵਿਸ਼ੇ, ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ, ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਹੈ। ਔਰ ਉਹ ਕਹਿੰਦੇ ਵੀ ਰੰਗਲੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਰੰਗਲਾ ਪੰਜਾਬ ਖੇਤਾਂ ਦੇ ਵਿੱਚੋਂ ਦੀ ਹੋ ਕੇ ਜਾਣਾ ਹੈ। ਇਹ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਬਹਿਸਾਂ ਕਰਕੇ ਨਹੀਂ ਜਾਣਾ, ਤੇ ਸਾਨੂੰ ਇਸ ਵਿਸ਼ੇ ਵੱਲ ਧਿਆਨ ਦੇਣ ਦੀ ਲੋੜ ਹੈ। ਔਰ ਉਹਨਾਂ ਨੇ ਨਾਲ ਹੀ ਜਾਖੜ ਸਾਹਿਬ ਨੂੰ ਇਹ ਵੀ ਕਿਹਾ ਕਿ ਤੁਸੀਂ ਇਹ ਜਿਹੜੇ ਸਮਾਰੋਹ ਹੁੰਦੇ ਨੇ ਇਸ 'ਚ MLA ਨੂੰ ਵੀ ਬੁਲਾਇਆ ਕਰੋ ਤਾਂ ਕਿ ਉਹਨਾਂ ਦੀ ਵੀ ਸਮਝ ਬਣ ਸਕੇ। ਜਦੋਂ ਵਿਧਾਨ ਸਭਾ 'ਚ ਉਹ ਕਹਿੰਦੇ ਮੈਂ ਦੇਖਦਾ ਕੋਈ ਇਹਨਾਂ ਦੀ ਇੰਨੀ ਤਿਆਰੀ ਨਹੀਂ ਹੁੰਦੀ, ਆਪਾਂ ਨੂੰ ਉਹਨਾਂ ਦੀ ਤਿਆਰੀ ਕਰਾਣੀ ਹੈ, ਤਾਂ ਇਹ ਸੈਮੀਨਾਰ ਉਹਨਾਂ ਵਾਸਤੇ ਬਹੁਤ
ਇੰਪੋਰਟੈਂਟ ਹੋ ਸਕਦੇ ਆ। ਤੋ ਇਦਾਂ ਨਹੀਂ ਇਹਦੇ ਚ ਦੋ ਪਹਿਲੂ ਤੁਸੀਂ ਉਭਾਰ ਦਿੱਤੇ ਆ। ਨੰਬਰ 1 ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਕੀ ਇਸ ਮੌਕੇ ਤੇ ਨਵੇਂ ਬਣੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸੀਗੇ ਕਿ ਨਹੀਂ? ਉਹਨਾਂ ਦੀ ਹਾਜ਼ਰੀ ਬੜੀ ਅਹਿਮ ਸੀ। ਜੇ ਇੰਨਾ ਮਹੱਤਵਪੂਰਨ ਸੈਮੀਨਾਰ ਹੈ ਕਿ ਜਿਹਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਮੌਜੂਦ ਹੋਣ, ਉੱਥੇ ਖੇਤੀ ਮੰਤਰੀ ਨੂੰ ਸੱਦਣ ਚ ਕੀ ਮੁਸ਼ਕਲ ਸੀ? ਜਾਂ ਉਹਨਾਂ ਨੂੰ ਐਫਰਟਸ ਕਰਕੇ ਬੁਲਾਇਆ ਜਾਂਦਾ ਤਾਂ ਕਿ ਇੰਪਲੀਮੈਂਟੇਸ਼ਨ ਦੀ ਗੱਲ ਜਿਹੜੀ ਆ ਉਹ ਤਾਂ ਖੇਤੀ ਮੰਤਰੀ ਜਿਹੜਾ ਮੌਜੂਦਾ ਹੋਊਗਾ ਉਹਨੇ ਕਰਨੀ ਆ। ਨੰਬਰ 2, ਆਮ ਤੌਰ ਤੇ ਸੱਤਾਧਾਰੀਆਂ 'ਚ ਮੰਨਿਆ ਜਾਂਦਾ ਹੈ ਕਿ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਕੋਈ ਦੂਜਾ ਵਿਅਕਤੀ ਸਿਧਾਂਤਕ ਮੁੱਦਿਆਂ ਤੇ ਗੱਲ ਨਹੀਂ ਕਰਦਾ ਜਾਂ ਉਹਨੂੰ ਇਜਾਜ਼ਤ ਨਹੀਂ ਹੈ। ਭਗਵੰਤ ਮਾਨ ਹੀ ਐਡਰੈਸ ਕਰਦੇ ਆ ਔਰ ਉਹ ਕਹਿੰਦੇ ਵੀ ਆ ਕਿ ਜਦੋਂ ਵਿਰੋਧੀ ਮੈਨੂੰ ਸਮਝਾਉਂਦੇ ਆ ਕਿ ਵਿਧਾਨ ਸਭਾ ਦੇ ਵਿੱਚ ਪਹਿਲੇ ਮੁੱਖ ਮੰਤਰੀ ਤਾਂ ਬੋਲਦੇ ਨਹੀਂ ਸੀ ਹੁੰਦੇ, ਉਹ ਤਾਂ ਆਖਰ 'ਚ ਬੋਲਦੇ ਹੁੰਦੇ ਸੀ, ਤੁਸੀਂ ਹਰ ਗੱਲ ਤੇ ਬੋਲਣ ਬਹਿ ਜਾਂਦੇ ਹੋ। ਉਹ ਕਹਿੰਦੇ ਮੈਂ ਕਿਸੇ ਕੋਲੋਂ ਕਾਣਾ, ਮੈਂ ਊਣਾ ਕਿਸੇ ਕੋਲੋਂ, ਮੈਂ ਹਰ ਗੱਲ ਤੇ ਬੋਲੂੰਗਾ। ਮੇਰਾ ਮਤਲਬ ਹੈ ਕਿ ਪੁਰਾਣੇ ਮੁੱਖ ਮੰਤਰੀਆਂ ਦੇ ਨਾਲ ਹੰਡੇ ਹੋਏ ਮੰਜੇ ਹੋਏ ਪੋਲੀਟੀਸ਼ੀਅਨਸ ਦਾ ਇੱਕ ਕਾਫਲਾ ਹੁੰਦਾ ਸੀ ਜਿਹੜੇ ਮੁੱਖ ਮੰਤਰੀ ਤੋਂ ਪਹਿਲਾਂ ਹਰ ਗੱਲ ਨੂੰ ਡਿਫੈਂਡ ਕਰਦੇ ਸੀ ਤੇ ਹਮਲਾ ਵੀ ਕਰਦੇ ਸੀਗੇ। ਲੇਕਿਨ ਇੱਥੇ ਸਿਰਫ ਭਗਵੰਤ ਮਾਨ ਇਕੱਲਿਆਂ ਹੀ ਸਾਰੇ ਮਾਮਲਿਆਂ ਨੂੰ ਐਡਰੈਸ ਕਰ ਰਹੇ, ਵਿਰੋਧੀਆਂ ਦੇ ਹਮਲੇ ਵੀ ਕਰ ਰਹੇ, ਉਹਨਾਂ ਦੇ ਜਵਾਬ ਵੀ ਦੇ ਰਹੇ, ਸਰਕਾਰ ਵੀ ਚਲਾ ਰਹੇ, ਹਰ ਪਿਕਚਰ 'ਚ ਉਹ ਮੌਜੂਦ ਆ। ਹੁਣ ਜਦੋਂ ਕੁਲਤਾਰ ਸੰਧਵਾ ਪਿਕਚਰ 'ਚ ਆਉਂਦੇ ਦਾ ਮਤਲਬ ਦੋ ਤਰੀਕੇ ਬਣ ਗਏ ਨੇ। ਇਹ ਸਰਕਾਰ ਦੇ ਵਿੱਚ ਵੀ ਕੁਲਤਾਰ ਸਿੰਘ ਸੰਧਵਾ ਨੇ ਨੌਕ ਕਰਤਾ ਕਿ ਮੈਂ ਹੂੰ ਨਾ, ਮੈਂ ਹੈ ਨਾ, ਮੇਰਾ ਨੋਟਿਸ ਤਾਂ ਲਓ ਜੀ। ਕੀ ਕਹਿੰਦੇ ਹੋ? ਜਿਹੜੀ ਤਾਂ ਤੁਸੀਂ ਮਿਨਿਸਟਰ ਸਾਹਿਬ ਦੀ ਗੱਲ ਕੀਤੀ ਹੈ ਵੀ ਐਗਰੀਕਲਚਰ ਮਿਨਿਸਟਰ ਸੀਗੇ ਕਿ ਨਹੀਂ, ਉਹ ਤਾਂ ਨਹੀਂ ਸੀਗੇ ਕਿਉਂਕਿ ਕੱਲ ਚੀਫ ਗੈਸਟ ਦੇ ਤੌਰ ਤੇ ਸੰਧਵਾ ਸਾਹਿਬ ਨੂੰ ਬੁਲਾਇਆ ਹੋਇਆ ਸੀਗਾ। ਔਰ ਦੂਸਰਾ ਇਹ ਕਿ ਇਹ ਬਿਲਕੁਲ ਨਿੱਜੀ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਜਿਹੜਾ ਫਾਰਮਰ ਸਪੈਸੀਫਿਕ ਸੀ। ਇਹਦੇ ਵਿੱਚ ਪਹਿਲੀ ਵਾਰ ਹੈ ਕਿ ਫਾਰਮਰਸ ਨੂੰ ਬੁਲਾਇਆ ਗਿਆ ਸੀ ਵੀ ਕੀ ਫਾਰਮਰਸ ਜਿਹੜੇ ਹੈਗੇ ਆ ਉਹਨਾਂ ਨੂੰ ਸਟੇਕ ਹੋਲਡਰ ਬਣਾਇਆ ਜਾਏ ਕਿ ਨਹੀਂ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਫਸਲੀ ਵਿਭਿੰਨਤਾ ਦੀ ਤਾਂ ਕਰਨਾ ਜਿਹਨੇ ਕੰਮ ਹੈ ਉਹਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਐਕਸਪਰਟ ਬੁਲਾ ਲਿਆ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਬੋਸਟਨ ਕੰਸਲਟੈਂਸੀ ਗਰੁੱਪ ਨੂੰ ਹਾਇਰ ਕਰ ਲਿਆ। ਹੁਣ ਬੋਸਟਨ ਕੰਸਲਟੈਂਸੀ ਗਰੁੱਪ ਸਾਨੂੰ ਇੱਥੇ ਆ ਕੇ ਕੀ ਦੱਸੇਗਾ ਕਿ ਉਹ ਸਾਡੇ ਫਾਰਮਰਸ ਦੀ ਜਿਹੜੀਆਂ ਮੌਜੂਦਾ ਕੋਈ ਸਮੱਸਿਆਵਾਂ ਨੇ ਉਹਨੂੰ ਕੋਈ ਜਾਣਦਾ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ? ਕੱਲ ਉਹਨਾਂ ਦਾ ਇੱਕ ਮੈਂਬਰ ਉੱਥੇ ਆਇਆ ਹੋਇਆ ਸੀ, ਮੈਨੂੰ ਨਹੀਂ ਲੱਗਦਾ ਕਿ ਉਹ ਅੱਧੇ ਪੌਣੇ ਘੰਟੇ ਤੋਂ ਵੱਧ ਬੈਠ ਕੇ ਉਹਨੇ ਸੁਣਿਆ ਹੋਣਾ ਔਰ ਉਹ ਚਲਾ ਗਿਆ। ਜਦ ਤੱਕ ਮੇਨ ਗੱਲਾਂ ਹੋਈਆਂ ਉਸ ਤੋਂ ਜਦੋਂ ਫਾਰਮਰਸ ਨੇ ਬਿਆਨੀ ਬੋਲਣਾ ਸੀ ਉਦ ਤੱਕ ਤਾਂ ਉਹ ਜਾ ਚੁੱਕਿਆ ਸੀ ਬੰਦਾ। ਤਾਂ ਕੱਲ ਉਹ ਸਾਨੂੰ ਕੀ ਦੱਸੇਗਾ? ਜਿਹੜੀਆਂ ਪੀਪੀਟੀਆਂ ਉਹਨਾਂ ਨੇ ਐਕਸਪਰਟ ਦੀਆਂ ਦੇਖੀਆਂ ਹੋਣੀਆਂ ਨੇ, ਉਹ ਪੀਪੀਟੀਆਂ ਬਣਾਉਣ ਲਈ ਤਾਂ ਖੁਦ ਹੀ ਐਕਸਪਰਟ ਨੇ। ਗੱਲ ਉਹਨਾਂ ਦੀ ਥੋੜੀ ਸੀ, ਗੱਲ ਤਾਂ ਸੀ ਫਾਰਮਰਸ ਕੀ ਚਾਹੁੰਦਾ ਹੈ। ਫਾਰਮਰਸ ਨੇ ਕੱਲ ਇੰਨੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਐਕਸਪਰਟ ਨੇ ਉਹਨਾਂ ਦੇ ਨੇੜੇ ਤੇੜੇ ਵੀ ਗਏ ਨੇ ਕਦੇ। ਸੋ ਸਾਨੂੰ ਸੁਣਨ ਦੀ ਲੋੜ ਫਾਰਮਰਸ ਨੂੰ ਸੀ। ਮੇਰਾ ਸਵਾਲ ਇੰਨਾ ਹੀ ਸੀਗਾ ਕਿ ਜੇ ਇੰਨੀਆਂ ਸ਼ਾਨਦਾਰ ਗੱਲਾਂ ਹੋਈਆਂ ਤੇ ਚੰਗਾ ਹੁੰਦਾ ਉੱਥੇ ਖੇਤੀ ਮੰਤਰੀ, ਖੇਤੀ ਡਾਇਰੈਕਟਰ ਜਾਂ ਖੇਤੀ ਨਾਲ ਜੁੜੇ ਕੋਈ ਆਈਐਸ ਸੈਕਟਰੀ ਰੂਪ ਚ ਹੁੰਦੇ ਤੇ ਫਿਰ ਮੈਨੂੰ ਲੱਗਦਾ ਕਿ ਗੱਲ ਸਮਝ ਜਿਹੜੀ ਆ ਉਹ ਕਿਸੇ ਜਗ੍ਹਾ ਜਾ ਕੇ ਇੰਪਲੀਮੈਂਟ ਵੀ ਹੁੰਦੀ। ਮੈਂ ਉਹਨਾਂ ਤੁਹਾਡੇ ਵੱਲ ਭਾਸਕਰ ਸਾਹਿਬ ਨੂੰ ਵਿੱਚ ਸ਼ਾਮਲ ਕਰ ਲਈਏ, ਇਸ ਗੱਲ ਨੂੰ ਛੱਡਦੇ ਨਹੀਂ ਕਿਉਂਕਿ ਬੋਸਟਨ ਅਮਰੀਕਾ ਦਾ ਇੱਕ ਐਸਾ ਸ਼ਹਿਰ ਆ ਜਿਹਦੇ ਵਿੱਚ ਹਾਰਵਰਡ ਯੂਨੀਵਰਸਿਟੀ ਵੀ ਹੈ, MIT ਦੁਨੀਆ ਦੀ ਨੰਬਰ 1 ਯੂਨੀਵਰਸਿਟੀ ਵੀ ਉੱਥੇ ਆ, ਬੋਸਟਨ ਯੂਨੀਵਰਸਿਟੀ ਵੀ ਉੱਥੇ ਆ, ਚਾਰਲਸ ਦਰਿਆ ਦੇ ਦੋਵੇਂ ਪਾਸੇ ਉੱਥੇ ਦੁਨੀਆ ਭਰ ਦਾ ਇੰਟੈਲੈਕਟ ਬੈਠਾ ਹੋਇਆ। ਮੈਂ ਭਾਸਕਰ ਸਾਹਿਬ ਸਵਾਲ ਉਹਨਾਂ ਕੀ ਕਰਦਾ ਹੈ ਤੁਹਾਡੇ ਕੋਲ ਕਿ ਮੁੱਖ ਮੰਤਰੀ ਇਕੱਲੇ ਹੀ ਨੰਗੇ ਧੜ ਲੜ ਰਹੇ ਸੀਗੇ ਔਰ ਹੁਣ ਇਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਸੱਤਾਧਾਰੀਆਂ ਵੱਲੋਂ ਆ ਗਏ ਨੇ, ਭਾਵੇਂ ਕਿ ਸੰਵਿਧਾਨਕ ਤੌਰ ਤੇ ਉਹ ਕਿਸੇ ਪਾਰਟੀ ਦੇ ਨਹੀਂ ਹੁੰਦੇ ਜਦੋਂ ਸਪੀਕਰ ਬਣ ਜਾਂਦੇ ਆ, ਪਰ ਇਹ ਚੀਜ਼ਾਂ ਤਾਂ ਐਵੇਂ ਮਨ ਰੱਖਣ ਦੀਆਂ ਨੇ। ਕੁਲਤਾਰ ਸਿੰਘ ਸੰਧਵਾ ਨੇ ਨੌਕ ਕਰਤਾ ਹੈ ਕਿ ਮੈਂ ਹੈਗਾ ਅਜੇ, ਮੈਨੂੰ ਇਗਨੋਰ ਨਹੀਂ ਕਰੋ, ਪਰ ਉਹ ਮੁੱਖ ਮੰਤਰੀ ਨਾਲੋਂ ਬਿਲਕੁਲ ਉਲਟ ਸਟੈਂਡ ਲੈ ਲੈਂਦੇ ਆ। ਮੈਂ ਇਹਨੂੰ ਕਿਵੇਂ ਲਵਾਂ? ਇਹ ਇੱਕ ਪੋਲਿਟਿਕਸ ਦਾ ਇੱਕ ਨਵਾਂ ਪੀਸ ਹੈ ਤੇ ਇਸ ਪੀਸ ਨੂੰ ਕਿੱਥੇ ਜੜਾਂਗੇ? ਇਹਦੀ ਸਾਰਥਕਤਾ ਕੀ ਹੋਣ ਵਾਲੀ ਆਉਂਦੇ ਦਿਨਾਂ 'ਚ? ਇਹ ਪਹਿਲੀ ਵਾਰ ਨਹੀਂ ਹੈ ਜਦ ਕੁਲਤਾਰ ਸਿੰਘ ਸੰਧਵਾ ਬਤੌਰ ਸਪੀਕਰ ਨੇ ਨੌਕ ਕੀਤਾ ਹੈ। ਤੁਹਾਨੂੰ ਯਾਦ ਹੋਏਗਾ ਇੰਡਸਟਰੀਲਿਸਟ ਦੇ ਨਾਲ ਉਹ ਮੀਟਿੰਗ, ਜਿਸ ਦਿਨ ਮੁੱਖ ਮੰਤਰੀ ਨੇ ਵੀ ਇੱਕ ਮੀਟਿੰਗ ਰੱਖੀ ਹੋਈ ਸੀ, ਉਸ ਤੋਂ ਬਾਅਦ ਵੀ 2 ਕੁ ਮੀਟਿੰਗਾਂ ਇਦਾਂ ਦੀ ਕੀਤੀਆਂ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ। ਹਾਲਾਂਕਿ ਉਹਨਾਂ ਦੀ ਜਿਹੜੀ ਕਨਸਟੀਟਿਊਸ਼ਨਲ ਪੋਸਟ ਹੈ ਉਹਦੇ ਨਾਲ ਡਾਇਰੈਕਟਲੀ ਰਿਲੇਟਡ ਨਹੀਂ ਹੈ, ਪਰ ਫਿਕਰਮੰਦ ਹੋਣਾ ਪੰਜਾਬ ਦੇ ਵਾਸਤੇ ਉਹ ਸੰਧਵਾ ਸਾਹਿਬ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ। ਔਰ ਕੱਲ ਜਦ ਮੀਟਿੰਗ ਦੀ ਸ਼ੁਰੂਆਤ ਹੋਈ, ਸ਼ੁਰੂਆਤ ਦੇ ਦੌਰਾਨ ਹੀ ਉਹਨਾਂ ਨੇ ਕਿਹਾ ਕਿ ਬਜਾਏ ਕਿ ਪਰਿਵਾਰਾਂ ਦੇ ਮੁੱਦੇ ਨੂੰ ਡਿਸਕਸ ਕਰਨ ਦੇ, ਪੰਜਾਬ ਦੇ ਜਿਹੜੇ ਮੁੱਦੇ ਹੈ ਉਹਨਾਂ ਨੂੰ ਡਿਸਕਸ ਕਰਨਾ ਚਾਹੀਦਾ। ਔਰ ਕੱਲ ਦਾ ਮੁੱਦਾ ਵੀ ਬੜਾ ਇੰਪੋਰਟੈਂਟ ਰੱਖਦਾ ਸੀਗਾ, ਡਾਇਵਰਸਿਫਿਕੇਸ਼ਨ ਦੇ ਮੁੱਦੇ ਤੇ 2002 ਤੋਂ ਲੈ ਕੇ
ਅੱਜ 2023 ਤੱਕ ਬਹੁਤ ਵਾਰ ਗੱਲਾਂ ਹੋਈਆਂ, ਪਰ ਸਿਰਫ ਗੱਲਾਂ ਹੀ ਹੋਈਆਂ, ਕਦੀ ਵੀ ਡਾਈਵਰਸਿਫਿਕੇਸ਼ਨ ਨੂੰ ਰੀਅਲ ਸਪਿਰਿਟ ਦੇ ਵਿੱਚ ਇੰਪਲੀਮੈਂਟ ਨਹੀਂ ਕੀਤਾ ਜਾ ਸਕਿਆ। 300 ਕਰੋੜ 400 ਕਰੋੜ 100 ਕਰੋੜ ਇਹ ਹਰ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਜਾਂਦਾ ਡਾਈਵਰਸਿਫਿਕੇਸ਼ਨ ਵਾਸਤੇ, ਔਰ ਹਰ ਵਾਰ ਇੱਕ ਕਲੇਮ ਕੀਤਾ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਜਦ ਪਰਾਲੀ ਦਾ ਰੌਲਾ ਪਿਆ ਸੀ, ਉਸ ਟਾਈਮ ਵੀ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਬਕਾਇਦਾ ਟੀਵੀ ਦੇ ਉੱਤੇ ਲਾਈਵ ਹੋ ਕੇ ਇਹ ਗੱਲ ਕਹੀ ਸੀ ਕਿ ਅਗਲੀ ਵਾਰ ਜਿਹੜਾ ਪੈਡੀ ਦਾ ਸੀਜ਼ਨ ਹੋਏਗਾ ਜਾਂ ਅਗਲੀ ਵਾਰ ਜਿਹੜਾ ਪਰਾਲੀ ਸਾੜਨ ਦਾ ਸੀਜ਼ਨ ਹੋਏਗਾ, ਉਸ ਟਾਈਮ ਤੱਕ ਇਹ ਸਮੱਸਿਆ ਤਕਰੀਬਨ ਨਿਪਟਾ ਲਿੱਤੀ ਜਾਏਗੀ, ਕਿਉਂਕਿ ਅਸੀਂ ਪੈਡੀ ਦਾ ਕਲਟੀਵੇਟਡ ਏਰੀਆ ਕਾਫੀ ਸਾਰਾ ਘਟਾ ਰਹੇ ਹਾਂ। ਪਰ ਜਦ ਘਟਾਉਣ ਦੀ ਵਾਰੀ ਆਈ ਤੇ ਇੱਕ 4 ਜ਼ੋਨਾਂ ਦੇ ਵਿੱਚ ਵੰਡ ਕੇ ਉਹ ਡੇਟਾ ਜ਼ਰੂਰ ਦੱਸ ਦਿੱਤੀ ਗਈ, ਔਰ ਜਿਹੜਾ ਡਾਈਵਰਸਿਫਿਕੇਸ਼ਨ ਕਰਨ ਵਾਸਤੇ ਕੱਲ ਹੋਣਾ ਸੀਗਾ ਉਹਦੇ ਉੱਤੇ ਗੱਲਾਂ ਕੀ ਹੋਈਆਂ? ਹਜੇ ਤੱਕ ਕਲਸਟਰ ਬਣਾਉਣ ਦੀ ਗੱਲਾਂ ਬਹੁਤ ਵਾਰ ਚੱਲੀਆਂ ਕਿ ਪੰਜਾਬ ਨੂੰ ਕਈ ਕਲਸਟਰਾਂ ਦੇ ਵਿੱਚ ਵੰਡਿਆ ਜਾਏਗਾ, ਜਿੱਥੇ ਜਿਹੜੀ ਫਸਲ ਹੁੰਦੀ ਹੈ ਉਹਦੇ ਹਿਸਾਬ ਨਾਲ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਕੀਤਾ ਜਾਏਗਾ, ਔਰ ਡਾਈਵਰਸਿਫਿਕੇਸ਼ਨ ਹੋ ਹੀ ਤੱਕ ਸਕਦੀ ਹੈ ਜਦ ਤੁਸੀਂ ਜਿਹੜੇ ਪ੍ਰੋਮਿਸਿਸ ਕਰੋ, ਖਾਸ ਕਰਕੇ ਮੂੰਗੀ ਦੇ ਕੀਤਾ ਹੋਇਆ ਪ੍ਰੋਮਿਸ ਪਿਛਲੀ ਵਾਰ ਸਰਕਾਰ ਨੇ ਨਹੀਂ ਪੂਰਾ ਕੀਤਾ ਸੀਗਾ, ਉਹਦੇ ਕਰਕੇ ਐਤਕੀ ਮੂੰਗੀ ਬੀਜਣ ਵਾਸਤੇ ਕਈ ਕਿਸਾਨ ਸੋਚਣਗੇ ਕਿ ਪੈਸੇ ਵੀ ਸਾਨੂੰ ਮਿਲਣਗੇ ਕਿ ਨਹੀਂ ਮਿਲਣਗੇ, ਭਾਵੇਂ ਕੇਂਦਰ ਨੇ ਐਮਐਸਪੀ ਮੂੰਗੀ ਦੇ ਉੱਤੇ ਵਧਾ ਦਿੱਤੀ। ਜੇ ਤੁਹਾਨੂੰ ਇਨਸ਼ੋਰ ਹੋਏ, ਹਰਿਆਣਾ ਦੇ ਵਿੱਚ ਕੀ ਚੱਲਦਾ ਪਿਆ, ਸੂਰਜਮੁਖੀ ਨੂੰ ਲੈ ਕੇ ਐਜੀਟੇਸ਼ਨ ਚੱਲ ਰਿਹਾ ਕਿ ਸੂਰਜਮੁਖੀ ਦੇ ਉੱਤੇ ਐਮਐਸਪੀ ਦੋ, ਉਹ ਵੀ ਤਦ ਜਦ ਕੇਂਦਰ ਨੇ ਐਮਐਸਪੀ ਸੂਰਜਮੁਖੀ ਦੇ ਉੱਤੇ ਅਨਾਉਂਸ ਕਰਤੀ। ਅਨਾਉਂਸ ਕਰਨ ਤੋਂ ਬਾਅਦ ਵੀ ਐਮਐਸਪੀ ਸੂਰਜਮੁਖੀ ਤੇ ਨਹੀਂ ਮਿਲਦੀ। ਐਜੀਟੇਸ਼ਨ ਤੇ ਇਸ ਗੱਲ ਦਾ ਹੈਗਾ, ਐਮਐਸਪੀ ਨੂੰ ਕਾਨੂੰਨੀ ਰੂਪ ਜਾਂ ਕਾਨੂੰਨੀ ਜਾਮਾ ਬਣਾਉਣ ਵਾਸਤੇ ਜਾਂ ਗਾਰੰਟੀ ਦੇਣ ਵਾਸਤੇ ਗੱਲ ਤੁਰਦੀ ਹੈ, ਪਰ ਕਦੀ ਮੁੱਕਦੀ ਨਹੀਂ। ਕੱਲ ਇੱਕ ਮੌਕਾ ਸੀਗਾ ਜਿਹਦੇ ਵਿੱਚ ਤੁਸੀਂ ਬਿਲਕੁਲ ਠੀਕ ਕਿਹਾ ਕਿ ਖੁੱਡੀਆਂ ਸਾਹਿਬ ਦਾ ਹੋਣਾ ਬਹੁਤ ਜ਼ਰੂਰੀ ਸੀਗਾ। ਕੱਲ ਲਿੱਤੇ ਹੋਏ ਫੈਸਲੇ ਜਾਂ ਕੀਤੀ ਹੋਈ ਬਹਿਸ ਨੂੰ ਜੇ ਖੁੱਡੀਆਂ ਸਾਹਿਬ ਨੋਟ ਕਰਕੇ ਆਪਣੇ ਵਿਭਾਗ ਦੇ ਵਿੱਚ ਅਫਸਰਾਂ ਨੂੰ ਬੁਲਾ ਕੇ ਉਹਦੀ ਇੰਪਲੀਮੈਂਟੇਸ਼ਨ ਦੀ ਗੱਲ ਤੋੜਦੇ, ਤੇ ਸ਼ਾਇਦ ਉਹ ਦੇਰ ਜਿਹੜੀ ਪਿਛਲੇ 15 20 25 ਸਾਲਾਂ ਤੋਂ ਹੋ ਰਹੀ ਹੈ, ਉਹ ਦੇਰ ਦੇ ਵਿੱਚ ਥੋੜਾ ਜਿਹਾ ਗੈਪ ਘੱਟ ਕੀਤਾ ਜਾ ਸਕਦਾ ਸੀ। ਬੋਸਟਨ ਕੰਪਨੀ ਦਾ ਕੱਲ ਆਣਾ 5 ਕਰੋੜ 65 ਲੱਖ ਰੁਪਏ 6 ਮਹੀਨੇ ਵਾਸਤੇ ਦਿੱਤੇ ਗਏ ਨੇ। ਉਸ ਕੰਪਨੀ ਨੂੰ ਕਿਹਾ ਗਿਆ ਹੈ ਕਿ ਤੁਸੀਂ ਇੱਕ ਪਲਾਨ ਬਣਾਓ, ਉਹ ਪਲਾਨ ਸਾਨੂੰ ਪਸੰਦ ਆਏਗਾ ਤੇ ਤੁਹਾਡੀ ਕੰਟੀਨਿਊਟੀ 6 ਮਹੀਨੇ ਬਾਅਦ ਕਰਾਂਗੇ, ਨਹੀਂ ਤੇ ਉਸ ਪਲਾਨ ਨੂੰ ਫਿਰ ਐਦਾਂ ਹੀ ਕਿਸੇ ਦਰਾਜ ਦੇ ਵਿੱਚ ਜਾਂ ਕਿਸੇ ਅਲਮਾਰੀ ਦੇ ਵਿੱਚ ਰੱਖ ਦਿੱਤਾ ਜਾਏਗਾ। ਇਹ ਗੱਲਾਂ ਤੁਰ ਤੇ ਰਹੀਆਂ, ਪਰ ਜਦ ਸਿਰੇ ਤੱਕ ਪਹੁੰਚਣਗੀਆਂ ਤਦ ਉਸ ਗੱਲ ਦੇ ਵਿੱਚ ਆਪਣੇ ਆਪ ਵਿੱਚ ਪੰਜਾਬ ਦਾ ਭਲਾ ਹੋ ਸਕਦਾ, ਔਰ ਬਿਨਾਂ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਕੀਤੇ ਹੋਏ ਕਿਸੇ ਵੀ ਡਾਈਵਰਸਿਫਿਕੇਸ਼ਨ ਦੀ ਕੋਈ ਮੈਨੂੰ ਲੱਗਦਾ ਕਿ ਸਕਸੈਸਫੁਲ ਹੋਣਾ ਬਹੁਤ ਹੀ ਔਖਾ ਹੈਗਾ। ਇੰਦਰਪ੍ਰੀਤ ਜੀ, ਮੇਰੇ ਸਵਾਲ ਦਾ ਜਵਾਬ ਤੁਸੀਂ ਦੋਵਾਂ ਹੀ ਨਹੀਂ ਦਿੱਤਾ। ਮੈਂ ਸਵਾਲ ਪੁੱਛਿਆ ਸੀ ਕਿ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਜ਼ਰੀਏ ਤੋਂ ਇੱਕ ਹੀ ਚਿਹਰਾ ਸੀ, ਦੂਜਾ ਚਿਹਰਾ ਗਾਏ ਬਗਾਏ ਨੌਕ ਕਰ ਰਿਹਾ ਤੇ ਉਹਦਾ ਨੋਟਿਸ ਕੋਈ ਘੱਟ ਲੈ ਰਿਹਾ, ਤੇ ਹੁਣ ਜਦੋਂ ਉਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਨੌਕ ਕੀਤਾ ਵੀ ਕਰ ਕੀ ਰਹੇ ਹੋ, ਇੱਧਰ ਆਓ, ਮੁੱਦੇ ਆ ਨੇ, ਕਿਹੜੀ ਲੜਾਈ 'ਚ ਪਏ ਹੋ, ਇਹ ਕਾਹਦੀ ਲੜਾਈ ਹੈ, ਪਰਿਵਾਰਾਂ ਤੱਕ ਜਾਂਦੇ ਹੋ, ਤੁਹਾਡਾ ਕੋਈ ਲੈਵਲ ਆ। ਉਹ ਜੋ ਸੰਧਵਾ ਸਾਹਿਬ ਕਹਿਣਾ ਚਾਹ ਰਹੇ ਸੀ ਉਹ ਮੈਂ ਕਹਿ ਰਿਹਾ। ਹੁਣ ਮੈਨੂੰ ਦੱਸੋ ਕਿ ਇਸ ਗੱਲ ਦਾ ਕੋਈ ਸਿਆਸੀ ਸਫਾ 'ਚ ਨੋਟਿਸ ਲਊਗਾ ਆਮ ਆਦਮੀ ਪਾਰਟੀ 'ਚ? ਸੰਧਵਾ ਸਾਹਿਬ ਨੂੰ ਬਤੌਰ ਲੀਡਰ ਤੁਸੀਂ ਮੰਨਦੇ ਹੋ ਕਿ ਆਉਂਦੇ ਸਮਿਆਂ ਦੇ ਵਿੱਚ ਪੰਜਾਬ ਦੇ ਦ੍ਰਿਸ਼, ਸਿਆਸੀ ਦ੍ਰਿਸ਼ ਵਿੱਚ ਉਹਨਾਂ ਦਾ ਕੱਦ, ਇਹ ਸਪੀਕਰ ਵਰਗੀ ਕੁਰਸੀ ਜਿਹੜੀ ਸੀਮਤ ਆ, ਜਿਹਦੇ ਨਾਲ 100 ਲਿਮਿਟੇਸ਼ਨਸ ਨੇ, 100 ਮਰਿਆਦਾਵਾਂ, ਇਹਦੇ ਚੋਂ ਬਾਹਰ ਨਿਕਲ ਕੇ ਵਿਸ਼ਾਲ ਕੈਨਵਸ ਦੇ ਉੱਤੇ ਕੋਈ ਵੱਡੀ ਤਸਵੀਰ ਬਣਾਉਣ ਦੇ ਸਮਰੱਥ ਹੋਣਗੇ? ਰੰਧਾਵਾ ਸਾਹਿਬ ਦੇਖੋ, ਠੀਕ ਹੈ ਤੁਹਾਡੀ ਗੱਲ ਕਿ ਹੁਣ ਸੰਧਵਾ ਸਾਹਿਬ ਸਿੱਧੇ ਮਤਲਬ ਉਹਦੇ ਉੱਤੇ ਆ ਗਿਆ ਸਿਆਸੀ ਕੈਨਵਸ ਦੇ। ਅਸਲ 'ਚ ਉਹ ਇੱਕ ਇਹੋ ਜਿਹੇ ਸਿਆਸੀ ਪਰਿਵਾਰ ਦੇ ਨੇ ਜਿਨ੍ਹਾਂ ਨੇ ਬਹੁਤ ਲੰਬੀ ਪਾਰੀਆਂ ਖੇਡੀਆਂ ਹੋਈਆਂ ਨੇ। ਨੋ ਡਾਊਟ ਕਿ ਉਹਨਾਂ ਦੀ ਵੀ ਆਪਣੀ ਬਹੁਤ ਵੱਡੀ ਖੁਆਇਸ਼ ਹੈ, ਔਰ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਇੱਕ ਵਾਰੀ ਕਿਹਾ ਸੀ ਕਿ ਐਗਰੀਕਲਚਰ ਮਿਨਿਸਟਰ ਉਹਨਾਂ ਨੂੰ ਹੀ ਬਣਾ ਦੇਣਾ ਚਾਹੀਦਾ ਹੈ ਜਿੰਨੀ ਉਹਨਾਂ ਦੀ ਮਤਲਬ ਇੱਛਾ ਹੈਗੀ ਆ ਜਾਂ ਜਿਸ ਤਰ੍ਹਾਂ ਦੇ ਉਹ ਗੱਲ ਕਰਦੇ ਆ। ਪਰ ਠੀਕ ਹੈ, ਹਜੇ ਤੱਕ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਦੀ ਕੀ ਮਜਬੂਰੀਆਂ ਨੇ ਕਿ ਉਹਨਾਂ ਨੂੰ ਨਹੀਂ ਲਿਆਤਾ ਜਾ ਰਿਹਾ, ਉਹਨਾਂ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ। ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਹਜੇ ਤੱਕ ਤਾਂ ਬੰਨੇ ਹੋਏ ਨੇ। ਇੱਕ ਸਪੀਕਰ ਦੀ ਇੱਕ ਮਰਿਆਦਾ ਹੁੰਦੀ ਹੈ, ਸਪੀਕਰ ਉਸ ਤੋਂ ਬਾਹਰ ਨਹੀਂ ਜਾ ਸਕਦਾ, ਪਰ ਉਹਨਾਂ ਨੇ ਫਿਰ ਵੀ ਇਹ ਮਰਿਆਦਾਵਾਂ ਨੂੰ ਤੋੜ ਕੇ ਉਹ ਆ ਰਹੇ ਹੈ। ਇਹ ਸਿਆਸੀ ਤੌਰ ਤੇ ਜਾਂ ਆਪਾਂ ਕਹੀਏ ਜਿਹੜੀ ਇੱਕ ਪ੍ਰਸ਼ਾਸਨਿਕ ਤੌਰ ਤੇ ਕਿਹੜੀ ਭੂਮਿਕਾ ਨਿਭਾ ਸਕਦੇ ਹੈ, ਉਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਜਦੋਂ ਸਰਕਾਰ ਕਿਸੇ ਸੰਕਟ 'ਚ ਆਈ। ਹਜੇ ਚੱਲ ਹੀ ਜਾ ਰਿਹਾ ਹੈ ਭਗਵੰਤ ਮਾਨ ਹੋਰਾਂ ਨਾਲ ਕੰਮ, ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਘੱਟੋ ਘੱਟ ਇਹ ਚਾਹੁੰਦੀ ਹੈ ਵੀ ਹਜੇ ਦੋ ਸਿਆਸੀ ਧਰੁਵ ਨਾ ਬਣਾਏ ਜਾਣ ਉੱਥੇ, ਕਿਉਂਕਿ ਪਹਿਲਾਂ ਤੋਂ ਹੀ ਉਹਨਾਂ ਤੇ ਆਰੋਪ ਲੱਗ ਰਿਹਾ ਵੀ ਇੱਕ ਤਾਂ ਦਿੱਲੀ ਦਾ ਧਰੁਵ ਬਣਿਆ ਹੋਇਆ, ਇੱਕ ਭਗਵੰਤ ਮਾਨ ਹੋਰਾਂ ਦਾ ਆਪਣਾ ਹੈ, ਤਾਂ ਉਹਦੇ ਵਿੱਚ ਇੱਕ ਹੋਰ ਖੜਾ ਕਰਨਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਾਇਜ਼ ਨਹੀਂ ਲੱਗ ਰਿਹਾ। ਹਜੇ ਤਾਂ ਨਹੀਂ ਹੋਊਗਾ, ਲੇਕਿਨ ਆਉਣ ਵਾਲੇ ਟਾਈਮ 'ਚ ਨੋ ਡਾਊਟ ਕਿ ਉਹ ਇੱਕ ਵੱਡੇ ਸਿਆਸੀ ਲੀਡਰ ਦੇ ਤੌਰ ਤੇ ਤਾਂ ਉੱਭਰ ਕੇ ਸਾਹਮਣੇ ਆਣਗੇ ਹੀ ਆਣਗੇ। ਭਾਸਕਰ ਸਾਹਿਬ, ਲੀਡਰ ਵਜੋਂ ਅਮਰਜ ਹੋਣ ਲਈ ਪਲੇਟਫਾਰਮ ਏਡੇ ਰਿਕੁਆਇਰਡ ਨਹੀਂ ਹੁੰਦੇ, ਜਿਨ੍ਹਾਂ ਨੇ ਉੱਭਰਨਾ ਹੁੰਦਾ ਉਹ ਮੁੱਦਿਆਂ ਦੇ ਨਾਲ ਉੱਭਰ ਆਉਂਦੇ ਆ।
ਉਹ ਆਪਣੇ ਭਾਸ਼ਣਾਂ ਨਾਲ, ਆਪਣੇ ਵੱਖ-ਵੱਖ ਮੌਕਿਆਂ ਤੇ ਲਏ ਸਟੈਂਡ ਨਾਲ ਜਾਣੇ ਜਾਂਦੇ ਨੇ। ਔਰ ਕੁਲਤਾਰ ਸਿੰਘ ਸੰਧਵਾਂ ਭਾਵੇਂ ਉਹਨਾਂ ਦੀ ਪਾਰਟੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨੂੰ ਬਹੁਤਾ ਸਪੋਰਟ ਨਹੀਂ ਕਰਦੀ, ਉਹ ਇੱਕ ਡਿਸਪਲਿਨ 'ਚ ਵਿਚਰਦੇ ਆ, ਹਰੇਕ ਨੂੰ ਕੰਮ ਵੰਡਤਾ ਜਾਂਦਾ। ਜੇ ਕਿਤੇ ਪ੍ਰੈਸ ਕਾਨਫਰੰਸ ਵੀ ਕਰਨੀ ਹੋਵੇ ਤਾਂ ਡਿਕਟੇਟ ਕੀਤਾ ਜਾਂਦਾ ਕਿਹਨੇ ਕਦੋਂ ਕਰਨੀ ਤੇ ਕੀ ਕਹਿਣਾ, ਉਸ ਤੋਂ ਅੱਗੇ ਇੱਕ ਲਫ਼ਜ਼ ਨਹੀਂ। ਪਰ ਜਿਸ ਤਰੀਕੇ ਨਾਲ ਸੰਧਵਾ ਸਾਹਿਬ ਥੋੜਾ ਜਿਹਾ ਫ੍ਰੀ ਹੈਂਡ ਲੈ ਕੇ ਚੱਲ ਰਹੇ, ਇੰਜ ਮੰਨਿਆ ਜਾਂਦਾ ਸੀ ਕਿ ਦਿੱਲੀ ਤੋਂ ਇੱਕ ਸਾਇਲੈਂਟ ਇੱਕ ਨਿਰਦੇਸ਼ ਰਹਿੰਦਾ ਹੈ ਕਿ ਇੱਕ ਬੰਦਾ ਥੋੜਾ ਜਿਹਾ ਓਪਨ ਰਹਿਣ ਦਿਓ, ਲੋੜ ਪੈਣ ਤੇ ਪਿੱਛੇ ਲੈਵਾਂਗੇ ਜਾਂ ਲੋੜ ਪੈਣ ਤੇ ਅੱਗੇ ਕਰ ਲਾਂਗੇ। ਕੁਲਤਾਰ ਸਿੰਘ ਸੰਧਵਾ ਆਪਣੇ ਚਿਹਰੇ ਮੋਹਰੇ ਨਾਲ, ਪੰਜਾਬ ਦੀ ਇਸ ਸੱਭਿਅਤਾ ਦੇ ਖਾਸੇ ਨਾਲ, ਖਾਸ ਤੌਰ ਤੇ ਸਿੱਖ ਮੈਜੋਰਟੀ ਖਿੱਤੇ ਨਾਲ ਉਹ ਇੱਕ ਮੇਚਦੇ ਆ, ਥੋੜਾ ਕੱਦ ਮੇਚ ਕੇ ਤੁਰਦੇ ਆ। ਇਹ ਚੀਜ਼ ਨੂੰ ਵੈਸੇ ਤਾਂ ਮੇਰੀ ਸੰਕੀਰਨਤਾ, ਮੈਂ ਇਦਾਂ ਦੀ ਗੱਲ ਕਰਾਂ, ਪਰ ਇਹਨੂੰ ਇੱਕ ਕ੍ਰੈਡਿਟ ਵਜੋਂ ਵੇਖਿਆ ਵੀ ਜਾਂਦਾ, ਇੱਕ ਲਾਭ ਉਹਨਾਂ ਨੂੰ ਥੋੜਾ ਜਿਹਾ ਮਿਲ ਹੀ ਜਾਂਦਾ ਇਹਨਾਂ ਗੱਲਾਂ ਦਾ, ਜੇ ਅੱਗੇ ਜਾ ਕੇ ਕਦੇ ਉਹ ਇਹਨੂੰ ਵਟਾ ਸਕਣ ਸੱਤਾ 'ਚ। ਕੀ ਕਹਿੰਦੇ ਹੋ? ਜੀ ਬਿਲਕੁਲ। ਹਾਲਾਂਕਿ ਵਿਧਾਨ ਸਭਾ ਦੇ ਵਿੱਚ ਕਾਫੀ ਉੱਚੀ ਕੁਰਸੀ ਦੇ ਉੱਤੇ ਕੁਲਤਾਰ ਸਿੰਘ ਸੰਧਵਾ ਉਹਨਾਂ ਬੈਠਦੇ ਨੇ, ਪਰ ਜਦ ਉਹ ਜ਼ਮੀਨ ਤੇ ਯਾਨੀ ਇੱਕ ਲੈਵਲ ਪਲੇਇੰਗ ਫੀਲਡ ਤੇ ਆਉਂਦੇ ਨੇ ਤੇ ਉਹ ਗੱਲਾਂ ਕਰਦੇ ਨੇ। ਕੱਲ ਉਹਨਾਂ ਨੇ ਆਪਣੀ ਗੱਲ ਦੀ ਸ਼ੁਰੂਆਤ ਜਿਸ ਤਰੀਕੇ ਨਾਲ ਕੀਤੀ ਵੀ ਮੁੱਦਾ ਫੈਮਿਲੀ ਦਾ ਨਹੀਂ ਹੈ, ਪਰਿਵਾਰਾਂ ਦਾ ਨਹੀਂ ਹੈ, ਔਰ ਖਾਸ ਕਰਕੇ ਮੁੱਖ ਮੰਤਰੀ ਦੇ ਉਸ ਬਿਆਨ ਦੀ ਤਰਫ ਇਸ਼ਾਰਾ ਕੀਤਾ ਵੀ ਸਿੱਧੂ ਉਹਨਾਂ ਦੇ ਪਿਤਾ ਅਗਰ 2 ਸ਼ਾਦੀਆਂ ਨਾ ਕਰਦੇ ਤੇ ਉਹ ਨਹੀਂ ਹੁੰਦੇ। ਯਾਨੀ ਮੁੱਦੇ ਐ ਨਹੀਂ ਹੈ, ਲੋਕਾਂ ਦੀ ਨਬਜ਼, ਕਿਉਂਕਿ ਲੋਕਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਕਿ ਇਹ ਕਿਹੜੇ ਮੁੱਦੇ ਡਿਸਕਸ ਕਰ ਰਹੇ ਨੇ। ਇਹ ਕੋਈ ਮੁੱਦੇ ਨੇ ਕਿ ਵੀ ਉਹਦਾ ਪਰਿਵਾਰ ਬਦਲਾਵ, 2 ਪਤਨੀਆਂ, ਇਹ ਉਹ। ਇਹਦੀ ਬਜਾਏ ਜੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਏ ਤੇ ਜ਼ਿਆਦਾ ਬੈਟਰ ਹੈ। ਉਸ ਸਟੋਨ ਨੂੰ ਸੈੱਟ ਕੀਤਾ ਹੈ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ। ਹਾਲਾਂਕਿ ਰੂਲਿੰਗ ਪਾਰਟੀ ਤੋਂ ਭਗਵੰਤ ਮਾਨ ਮੁੱਖ ਮੰਤਰੀ ਦੇ ਦਿੱਤੇ ਹੋਏ ਬਿਆਨ ਨੂੰ ਇਸ ਤਰੀਕੇ ਨਾਲ ਥੱਲੇ ਪਾਣਾ ਹੋਰ ਕੋਈ ਕੈਬਨਿਟ ਮੰਤਰੀ ਤੇ ਨਹੀਂ ਘੱਟ ਤੋਂ ਘੱਟ ਹਿੰਮਤ ਕਰ ਸਕਦਾ ਸੀਗਾ, ਪਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਪੋਲਿਟਿਕਸ ਦੀ ਟੋਨ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਆਪਣਾ ਕੱਦ ਰਾਜਨੀਤਿਕ ਤੌਰ ਤੇ ਇਹਨਾਂ ਗੱਲਾਂ ਦੇ ਰਾਹੀਂ ਉੱਚਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਵਿੱਚ ਉਹ ਕਾਮਯਾਬ ਵੀ ਹੋਏ ਨੇ। ਕਿਉਂਕਿ ਜਨਤਾ ਵੀ ਇਹੀ ਗੱਲ ਕਰ ਰਹੀ ਹੈ ਕਿ ਜਿਸ ਤਰੀਕੇ ਦੀ ਬਹਿਸ ਮੁੱਖ ਮੰਤਰੀ ਤੇ ਆਪੋਜੀਸ਼ਨ ਲੀਡਰਾਂ ਦੇ ਵਿੱਚ ਚੱਲ ਰਹੀ ਹੈ, ਉਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ। ਯਾਨੀ ਪੰਜਾਬ ਏਦਾਂ ਦੇ ਮੁੱਦੇ ਦੀ ਬਜਾਏ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਿਸਕਸ ਕਰਨਾ ਚਾਹੁੰਦਾ ਹੈ। ਉਹ ਦੀਦੀ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਸਹੀ ਤਰੀਕੇ ਨਾਲ ਉਸ ਗੱਲ ਨੂੰ ਆਪਣੇ ਕੱਲ ਦੇ ਉਸ ਪ੍ਰੋਗਰਾਮ ਦੇ ਵਿੱਚ ਇੰਡੀਕੇਟ ਕਰਤਾ। ਉਹ ਇਕੱਲੇ ਮੁੱਖ ਮੰਤਰੀ ਨੂੰ ਨਹੀਂ, ਮੈਨੂੰ ਲੱਗਦਾ ਵਿਰੋਧੀ ਧਿਰਾਂ ਦੇ ਉੱਤੇ ਜ਼ਿਆਦਾ ਕਟਾਕਸ਼ ਕਰ ਰਹੇ ਸੀ ਇਹ ਕਹਿ ਕੇ, ਪਰ ਨਾਲ ਦੀ ਨਾਲ ਉਹ ਆਪਣੀ ਧਿਰ ਨੂੰ ਵੀ ਕਹਿ ਰਹੇ ਸੀ ਵੀ ਤੁਸੀਂ ਕੋਈ ਲੜਾਈ 'ਚ ਪੈ ਕੇ ਬਹੁਤਾ ਬਿਹਤਰ ਨਹੀਂ ਕਰ ਰਹੇ। ਮੈਂ ਭਾਸਕਰ ਸਾਹਿਬ ਬਹੁਤ ਸੰਖੇਪ 'ਚ ਤੁਹਾਡੇ ਕੋਲ ਸਮਝਣਾ ਚਾਹੂੰਗਾ ਰਾਘਵ ਚੱਡਾ ਵਾਲਾ ਮਾਮਲਾ। ਵੈਸੇ ਬੋਸਟਨ ਕੰਸਲਟਿੰਗ ਕੰਪਨੀ ਨਾਲ ਸੰਬੰਧਿਤ ਜਿਹੜਾ ਸਮਝੌਤਾ, ਮੈਨੂੰ ਪਤਾ ਉੱਤੇ ਇੰਦਰਪ੍ਰੀਤ ਜੀ ਦੀ ਗੱਲ ਅਜੇ ਪੈਂਡਿੰਗ ਆ, ਰਹਿ ਗਈ ਆ, ਪਰ ਮੈਨੂੰ ਲੱਗਦਾ ਆਪਾਂ ਕਾਫੀ ਅੱਗੇ ਲੰਘ ਆਏ ਆ। ਇਹਦੇ ਉੱਤੇ ਅਸੀਂ ਦੁਬਾਰਾ ਗੱਲ ਕਰਾਂਗੇ। ਮੈਂ ਨਹੀਂ, ਜਸਟ 1 ਮਿੰਟ ਦੀ ਗੱਲ ਕਰਨੀ ਸੀ ਮੌਜੂਦ ਤੇ। ਮੈਂ ਸਿਰਫ ਇੰਨੀ ਕੀ ਗੱਲ ਕਰਨੀ ਸੀ ਕਿ ਬੋਸਟਨ ਕੰਸਲਟੈਂਸੀ ਗਰੁੱਪ ਵਰਗੇ ਜਾਂ ਇਹ ਹਰ ਸਰਕਾਰਾਂ ਕਰ ਰਹੀਆਂ ਨੇ ਕਿ ਸਾਡੇ ਟੈਲੈਂਟ ਤੇ ਉਹਨਾਂ ਨੂੰ ਕੋਈ ਮਾਣ ਨਹੀਂ ਹੈਗਾ। ਮੈਂ ਪਿਛਲੇ ਹਫਤੇ ਇੱਕ ਐਮਡੀ ਨੂੰ ਮਿਲਿਆ ਸੀਗਾ ਪੰਜਾਬ ਐਗਰੋ ਦੇ, ਜਿਹੜੇ ਸਾਬਕਾ ਐਮਡੀ, ਉਹਨਾਂ ਨੇ ਮੈਨੂੰ ਦੱਸਿਆ ਕਿ ਘੱਟੋ ਘੱਟ 10 ਕੰਪਨੀਆਂ ਜਿਹੜੀਆਂ ਵਰਲਡ ਲੈਵਲ ਦੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਸੀਈਓ ਨੇ ਜਾਂ ਉਹਨਾਂ ਦੇ ਜਿਹੜੇ ਮਤਲਬ ਮੇਨ ਕਰਤਾ ਨੇ, ਉਹ ਪੰਜਾਬ ਦੇ ਲੋਕ ਨੇ ਤੇ PAU ਚੋਂ ਪੜ੍ਹੇ ਹੋਏ ਲੋਕ ਨੇ। ਤਾਂ ਕੀ ਅਸੀਂ ਉਹਨਾਂ ਦੀਆਂ ਸੇਵਾਵਾਂ ਨਹੀਂ ਲੈ ਸਕਦੇ? ਉਹਨਾਂ ਨੂੰ ਹਾਇਰ ਕਰਨ 'ਚ ਕੀ ਦਿੱਕਤ ਹੈ? ਦੂਸਰੀ ਗੱਲ, ਕੈਪਟਨ ਸਾਹਿਬ ਨੇ ਪਾਣੀਆਂ ਨੂੰ ਰਿਵਾਈਵ ਕਰਨ ਵਾਸਤੇ ਜਿਹੜਾ ਗਰਾਊਂਡ ਵਾਟਰ ਸੀ, ਉਹ ਜੇ ਪੌਲ ਨਾਂ ਦੀ ਕੰਪਨੀ ਦੀ ਸੇਵਾਵਾਂ ਲਿੱਤੀਆਂ, ਉਹਨਾਂ ਨੂੰ ਵੀ ਕਰੋੜਾਂ ਰੁਪਏ ਦਿੱਤੇ। ਅੱਜ ਵੀ ਸਮੱਸਿਆ ਉੱਥੇ ਹੀ ਹੈ। ਸਵਾਲ ਤਾਂ ਪੋਲੀਟੀਕਲ ਵਿਲ ਦਾ। ਉਹ ਕੰਪਨੀਆਂ ਤਾਂ ਤੁਹਾਨੂੰ ਜਿੰਨਾ ਮਰਜ਼ੀ ਪਾਲਿਸੀਆਂ ਤਾਂ ਦਿਖਾ ਦੇਣਗੀਆਂ, ਬਣਾ ਦੇਣਗੀਆਂ, PPTਆਂ ਹੀ ਬਣਾਉਣੀਆਂ ਨੇ ਨਾ, ਬਣਾ ਦੇਣਗੀਆਂ, ਪਰ ਪੋਲੀਟੀਕਲ ਵਿਲ ਕੌਣ ਦਿਖਾਏਗਾ? ਮੇਨ ਗੱਲ ਪੋਲੀਟੀਕਲ ਵਿਲ ਦੀ ਹੈ। ਤੀਸਰੀ ਗੱਲ, ਇਹ ਹਰ ਵਾਰੀ ਹੁੰਦਾ। ਸਾਡੇ ਕੋਲ ਇੱਕ ਰੰਧਾਵਾ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਕਿਸੇ ਟਾਈਮ 32 ਚੀਫ ਇੰਜੀਨੀਅਰ ਸੀ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਪ੍ਰੈਜ਼ੈਂਟ, ਪਰ ਅਸੀਂ ਸ਼ਾਹਪੁਰ ਕੰਡੀ ਡੈਮ ਵਾਸਤੇ ਵੀ ਉਹਨੂੰ ਕਿਸ ਤਰ੍ਹਾਂ ਬਣਾਇਆ ਜਾਏ, ਇਹਦੀਆਂ ਸੇਵਾਵਾਂ ਲੈ ਰਹੇ ਸੀ ਅਸੀਂ ਇੱਕ ਕੰਸਲਟੈਂਟ ਗਰੁੱਪ ਤੋਂ। ਕਿਉਂ? ਸਾਡੇ ਚੀਫ ਇੰਜੀਨੀਅਰਾਂ ਨੂੰ ਕੀ ਡੈਮ ਨਹੀਂ ਬਣਾਉਣੇ ਆਉਂਦੇ? ਜਦੋਂ ਜਿਹੜੇ ਬੰਦੇ ਭਾਖੜਾ ਵਰਗੇ, ਰਣਜੀਤ ਸਾਗਰ ਵਰਗੇ ਡੈਮ ਐਡੇ ਐਡੇ ਬਣਾ ਚੁੱਕੇ ਨੇ, ਇਹਨਾਂ ਨੂੰ ਡੈਮ ਨਹੀਂ ਬਣਾਉਣੇ ਆਉਂਦੇ, ਤਾਂ ਇਹਨਾਂ ਦੀਆਂ ਸੇਵਾਵਾਂ ਕਿਉਂ ਨਹੀਂ ਲਿੱਤੀਆਂ ਜਾ ਰਹੀਆਂ? ਇਹਨਾਂ ਨੂੰ ਫਿਰ ਕਾਹਲੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ, ਜੇ ਸਾਡੇ ਕੋਲ ਪੋਸਟਾਂ ਵਾਧੂ ਹੋ ਗਈਆਂ ਨੇ, ਤਾਂ ਸਾਨੂੰ ਘੱਟੋ ਘੱਟ ਪਾਵਰਕਾਮ ਦੇ ਵਿੱਚ, ਚਾਹੇ ਇਰੀਗੇਸ਼ਨ ਦੇ ਵਿੱਚ, ਚਾਹੇ ਜਿਹੜੀਆਂ ਯੂਨੀਵਰਸਿਟੀਆਂ ਨੇ ਸਾਡੀਆਂ ਜਾਂ ਇੰਜੀਨੀਅਰਿੰਗ ਕਾਲਜ ਨੇ ਸਾਡੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਸਲਟੈਂਟ ਗਰੁੱਪ ਬਣਾਏ ਜਾਣੇ ਚਾਹੀਦੇ ਹੈ ਜਿਹੜੇ ਦੂਜਿਆਂ ਨੂੰ ਸੇਵਾਵਾਂ ਦੇ ਸਕਣ। ਮੈਨੂੰ ਯਾਦ ਹੈ ਜਦੋਂ ਭੁੱਜ ਦੇ ਵਿੱਚ ਭੁਚਾਲ ਆਇਆ ਸੀਗਾ, ਤਾਂ ਬਠਿੰਡਾ ਦਾ ਜਿਹੜਾ ਇੰਜੀਨੀਅਰਿੰਗ ਕਾਲਜ ਹੈ, ਸਾਰੀ ਰਿਪੋਰਟ ਗੁਜਰਾਤ ਸਰਕਾਰ ਨੇ ਉਹਨਾਂ ਤੋਂ ਬਣਵਾਈ ਸੀ।
ਤੇ ਜੇ ਗੁਜਰਾਤ ਨੂੰ ਤਾਂ ਸਾਡੇ ਇੰਜੀਨੀਅਰਾਂ ਤੇ ਭਰੋਸਾ ਹੈ, ਤਾਂ ਅਸੀਂ ਆਪਣੇ ਇੰਜੀਨੀਅਰਾਂ ਤੇ ਭਰੋਸਾ ਕਿਉਂ ਨਹੀਂ ਕਰ ਰਹੇ? ਸੋ ਸਵਾਲ ਇਸ ਤਰ੍ਹਾਂ ਦੇ ਕਈ ਹੈਗੇ ਨੇ। ਮੈਨੂੰ ਲੱਗਦਾ ਕਿ ਇਹ ਬੋਸਟਨ ਟਾਈਪ ਜਾਂ ਜੇ ਪੌਲ ਟਾਈਪ ਸਾਨੂੰ ਨਹੀਂ ਆ ਕੇ ਦੱਸਣਗੇ ਤੁਹਾਡੀਆਂ ਸਮੱਸਿਆ ਕੀ ਨੇ ਤੇ ਤੁਹਾਡੇ ਦੇ ਹੱਲ ਕੀ ਨੇ। ਇਹਦਾ ਸਾਨੂੰ ਪਤਾ ਹੈ। ਅਸਲ ਸਮੱਸਿਆ ਸਾਡੀ ਪੋਲੀਟੀਕਲ ਵਿਲ ਦੀ ਹੈ। ਉਹ ਵਿਲ ਕੋਈ ਦਿਖਾਏਗਾ ਤਾਂ ਅਸੀਂ ਸਮੱਸਿਆ ਹੱਲ ਕਰ ਸਕਾਂਗੇ। ਇਹਦੇ ਚ ਇਹ ਤਾਂ ਦੂਜਾ ਵੀ ਪਹਿਲੂ ਆ ਕਿ ਜੇਕਰ ਤੁਸੀਂ ਸਰਵਿਸਿਜ਼ ਲੈਣੀ ਆ ਵਰਲਡ ਵਾਈਡ, ਜੇਕਰ ਕਿਧਰੇ ਕਿਸੇ ਨੇ ਤਜਰਬੇ ਕੀਤੇ, ਆਪਣੀਆਂ ਸਰਵਿਸਿਜ਼ ਦਿੱਤੀਆਂ ਤੇ ਨਤੀਜੇ ਚੰਗੇ ਦਿੱਤੇ ਆ, ਤੇ ਉਹਨਾਂ ਨੂੰ ਲੈਣ ਚ ਹਰਜ ਵੀ ਕੋਈ ਨਹੀਂ। ਪਰ ਕੀ ਤੁਸੀਂ ਜਦੋਂ ਇਸ ਤਰ੍ਹਾਂ ਦੇ ਟੈਂਡਰ ਫਲੋਟ ਕਰਦੇ ਹੋ, ਉਸ ਤੋਂ ਬਾਅਦ ਜੇਕਰ ਕੋਈ ਪਾਰਟੀ ਆ ਹੀ ਨਹੀਂ ਰਹੀ ਤੇ ਸਿਰਫ ਇੱਕ ਹੀ ਆ ਰਹੀ ਹੈ ਤੇ ਤੁਸੀਂ ਉਸੇ ਇੱਕ ਪਾਰਟੀ ਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੇ ਹੋ, ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਸੀਮਿਤ ਕਰ ਲਿਆ। ਤੁਸੀਂ ਦੁਬਾਰਾ ਵਰਲਡ ਵਾਈਡ ਕਿਸੇ ਅੱਛੀ ਜਗ੍ਹਾ ਤੇ ਅੱਛੇ ਪਲੇਟਫਾਰਮ ਤੋਂ ਫਿਰ ਆਪਣੇ ਆਪ ਨੂੰ ਚੈੱਕ ਕਰਕੇ ਦੇਖੋ, ਇੱਕ ਵਾਰੀ ਫਿਰ ਟੈਂਡਰ ਫਲੋਟ ਕਰਕੇ ਦੇਖੋ, ਹੋ ਸਕਦਾ ਕੋਈ ਬਿਹਤਰ ਰਿਜ਼ਲਟ ਦੇਣ ਵਾਲਾ ਵੀ ਸਾਹਮਣੇ ਆ ਜਾਏ। ਜਾਂ ਤੁਸੀਂ ਸਰਚ ਕਰਕੇ ਦੇਖੋ ਕਿ ਦੁਨੀਆ ਭਰ ਦੇ ਵਿੱਚ ਕਿੱਥੇ ਕਿਹੜੀ ਕੰਪਨੀ ਨੇ ਜ਼ਿਆਦਾ ਬਿਹਤਰ ਸਲਾਹ ਦਿੱਤੀ ਆ ਜਾਂ ਉਹਨਾਂ ਨੇ ਮਦਦ ਕੀਤੀ ਹੈ ਡਿਵਰਸਿਫਿਕੇਸ਼ਨ ਲਈ, ਉਹਨਾਂ ਨੂੰ ਵੀ ਦੇਖਿਆ ਜਾ ਸਕਦਾ ਸੀ। ਪਰ ਕੀ ਇਹਦੇ ਸੰਬੰਧੀ ਕੋਈ ਅਧਿਕਾਰੀ ਕਲੀਅਰ ਕਰਨ ਦਾ ਯਤਨ ਕਰੂਗਾ ਕਿ ਇਸ ਕੰਪਨੀ ਦਾ ਕਿਹੜਾ ਖਾਸਾ ਸੀ, ਕਿਹੜੀਆਂ ਉਹਦੀਆਂ ਸਪੈਸ਼ਲਾਈਜੇਸ਼ਨ ਸੀਗੀਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਫੈਸਲੇ ਲਏ ਆ? ਇਹਨਾਂ ਦੇ ਉੱਤੇ ਜੇ ਗੱਲ ਕਰਨੀ ਬਣਦੀ ਆ। ਮੈਨੂੰ ਲੱਗਦਾ ਨਵੇਂ ਖੇਤੀ ਮੰਤਰੀ ਕਿਉਂਕਿ ਹੁਣੇ ਹੀ ਆਏ ਆ, ਉਹਨਾਂ ਤੋਂ ਪਹਿਲਾਂ ਦੀ ਸਾਰੀ ਗੱਲ ਹੋਊਗੀ। ਨਵੇਂ ਖੇਤੀ ਸਕੱਤਰ ਵੀ ਹੁਣੇ ਆਇਆ, ਉਹਨਾਂ ਤੋਂ ਪਹਿਲਾਂ ਸਾਰਾ ਕੁਝ ਹੋਇਆ ਹੋਊਗਾ। ਉਹ ਆ ਕੇ ਚੈੱਕ ਜ਼ਰੂਰ ਕਰਨਗੇ ਕਿ ਕੀ ਸਭ ਠੀਕ ਠਾਕ ਹੈ। ਦੂਜੀ ਗੱਲ, ਮੈਂ ਭਾਸਕਰ ਸਾਹਿਬ ਬਹੁਤ ਕਾਲੀ ਚ ਤੁਹਾਡੇ ਕੋਲ ਲੈਣਾ ਚਾਹੁੰਦਾ, ਰਾਘਵ ਚੱਡੇ ਵਾਲੇ ਬੰਗਲੇ ਦੀ ਕੱਲ ਤੁਸੀਂ ਗੱਲ ਕੀਤੀ ਸੀ। ਵੈਸੇ ਤਾਂ ਬੰਗਲੋ ਕਹਿੰਦੇ ਆ, ਪਰ ਸਾਡੀ ਜ਼ਬਾਨ ਜੀ ਨੂੰ ਵਲ ਪੈਂਦਾ ਹੈ, ਆਪਾਂ ਤਾਂ ਕੋਠੀ ਕਾਠੀ ਕਹਿੰਦੇ ਆ। ਖੈਰ ਤੁਸੀਂ ਉਹ ਦੱਸਿਓ ਕਿ ਨਵਾਂ ਪੰਗਾ ਉੱਥੇ ਕੀ ਆ। ਹੁਣ ਪਤਾ ਲੱਗਿਆ ਕਿ ਹਾਊਸਿੰਗ ਕਮੇਟੀ ਦੇ ਚੇਅਰਮੈਨ ਨੇ ਕਿਹਾ ਵੀ ਅਸੀਂ ਲੜਾਈ ਤਾਂ ਭਾਵੇਂ ਸੁਪਰੀਮ ਕੋਰਟ ਤੱਕ ਲੜਨੀ ਪਵੇ, ਅਸੀਂ ਰਾਘਵ ਚੱਡਾ ਸਾਹਿਬ ਕੋ ਇਹ ਬੰਗਲੋ ਰਹਿਣ ਨਹੀਂ ਦੇਣਾ। ਐਡੀ ਕਿਹੜੀ ਪੰਗੇਬਾਜ਼ੀ ਹੋ ਗਈ? ਬੰਦੇ ਨੂੰ ਜੇ ਤੁਸੀਂ ਦੇ ਵੀ ਦੋ, ਹਰਜ ਕੀ ਹੈ? ਸਿਆਸਤ ਪੰਜਾਬ ਦੀ ਸੀ, ਸਿਆਸਤ ਦਿੱਲੀ ਦੀ ਸੀ, ਉਹਦੇ ਵਿੱਚ ਵਿਅਕਤੀ ਦੀ ਕੋਠੀ ਦਾ ਕੀ ਲੈਣ ਦੇ? ਰਾਘਵ ਸਾਹਿਬ ਦੇ ਬੰਗਲੇ ਨੂੰ ਲੈ ਕੇ ਭਾਵੇਂ ਪੰਜਾਬ ਹੋਏ ਭਾਵੇਂ ਦਿੱਲੀ ਹੋਏ, ਪੰਗਾ ਪੈ ਹੀ ਜਾਂਦਾ ਹੈ। ਦਿੱਲੀ ਦੇ ਵਿੱਚ ਰਾਘਵ ਚੱਡਾ ਉਹਨਾਂ ਨੂੰ ਬੰਗਲਾ ਮਿਲ ਗਿਆ ਜੁਲਾਈ ਦੇ ਮਹੀਨੇ ਦੇ ਵਿੱਚ ਟਾਈਪ 6। ਹਾਲਾਂਕਿ ਉਹਨਾਂ ਦੀ ਐਂਟਾਈਟਲਮੈਂਟ ਟਾਈਪ 5 ਦੀ ਸੀਗੀ, ਪਰ ਜੁਲਾਈ ਦੇ ਵਿੱਚ ਟਾਈਪ 6 ਬੰਗਲਾ ਉਹਨਾਂ ਨੂੰ ਪੰਡਾਰਾ ਰੋਡ ਤੇ ਮਿਲਿਆ। ਪੰਡਾਰਾ ਪਾਰਕ ਵੀ ਕਹਿੰਦੇ ਨੇ, ਪੰਡਾਰਾ ਰੋਡ ਵੀ ਕਹਿੰਦੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਈ ਰਾਜ ਸਭਾ ਦੇ ਚੇਅਰਮੈਨ ਨੂੰ, ਜਿਹਦੇ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਜਿਹੜੇ ਜਗਦੀਪ ਧਨਕਰ ਹੁੰਦੇ ਨੇ। ਧਨਕਰ ਸਾਹਿਬ ਨੇ ਵੀ ਉਹ ਰਿਕੁਐਸਟ ਮੰਨ ਲਈ ਤੇ ਉਹਨਾਂ ਨੂੰ ਟਾਈਪ 7 ਬੰਗਲਾ ਦੇ ਦਿੱਤਾ ਗਿਆ ਨਵੰਬਰ ਦੇ ਮਹੀਨੇ ਦੇ ਵਿੱਚ, ਜਿਹਦੇ ਵਿੱਚ ਉਹ ਸ਼ਿਫਟ ਹੋ ਗਏ ਆਪਣੇ ਪਰਿਵਾਰ ਦੇ ਨਾਲ ਰੈਨੋਵੇਸ਼ਨ ਕਰਾਉਣ ਤੋਂ ਬਾਅਦ। ਮਾਰਚ ਦੇ ਮਹੀਨੇ ਦੇ ਵਿੱਚ ਉਸ ਬੰਗਲੇ ਨੂੰ ਕੈਂਸਲੇਸ਼ਨ ਦੇ ਆਰਡਰ ਆ ਜਾਂਦੇ ਨੇ, ਔਰ ਕੈਂਸਲੇਸ਼ਨ ਦੇ ਆਰਡਰ ਕੌਣ ਕਰਦੇ ਨੇ? ਨਵੇਂ ਬਣੇ ਹੋਏ ਹਾਊਸ ਅਲੋਟਮੈਂਟ ਕਮੇਟੀ ਦੇ ਚੇਅਰਮੈਨ CM ਰਮੇਸ਼। ਔਰ ਇਸ ਮੁੱਦੇ ਦੇ ਉੱਤੇ ਅਪ੍ਰੈਲ 18 ਨੂੰ ਰਾਘਵ ਚੱਡਾ ਹੋਣਾ ਪਟਿਆਲਾ ਹਾਊਸ ਦਾ ਦਰਵਾਜ਼ਾ, ਕੋਰਟ ਦਾ ਦਰਵਾਜ਼ਾ ਖਟਖਟਾਉਂਦੇ ਨੇ ਕਿ ਵੀ ਇਹ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ, ਪੋਲੀਟੀਕਲ ਵਿਦਤਾ ਦੇ ਨਾਤੇ ਮੇਰੇ ਤੋਂ ਇਹ ਘਰ ਖਾਲੀ ਕਰਾਇਆ ਜਾ ਰਿਹਾ, ਜਦ ਕਿ ਜਿਹੜੀ ਹੈਂਡਬੁੱਕ ਹੈਗੀ ਹੈ ਅਲੋਟਮੈਂਟ ਕਮੇਟੀ ਦੀ, ਉਹਦੇ ਹਿਸਾਬ ਨਾਲ ਰਾਜ ਸਭਾ ਦੇ ਚੇਅਰਪਰਸਨ ਨੂੰ ਇਹ ਇੱਕ ਹੱਕ ਹੈਗਾ ਕਿ ਉਹ ਆਪਣੇ ਮਰਜ਼ੀ ਨਾਲ ਕਿਸੇ ਨੂੰ ਵੀ ਕੋਈ ਘਰ ਅਲਾਟ ਕਰ ਸਕਦੇ ਨੇ। ਹੁਣ ਮੁੱਦਾ ਕਿੱਥੇ ਸੀਗਾ? ਦੋ ਗੱਲਾਂ ਦੇ ਉੱਤੇ ਕੋਰਟ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇੱਕ ਕਿ ਖਾਲੀ ਕਰਾਉਣ ਦਾ ਆਰਡਰ ਰਾਜ ਸਭਾ ਦੀ ਹਾਊਸ ਅਲੋਟਮੈਂਟ ਕਮੇਟੀ ਦੇ ਚੇਅਰਪਰਸਨ ਨੂੰ ਹੈ, ਲੇਕਿਨ ਨਾਲ ਦੇ ਨਾਲ ਕਿਉਂਕਿ ਰਾਘਵ ਚੱਡਾ ਉਹਨਾਂ ਦਾ ਇੱਕ ਬਿਆਨ ਹੈ ਕਿ ਵੀ ਪ੍ਰੋਪਰ ਪ੍ਰੋਸੈਸ ਅਡਾਪਟ ਨਹੀਂ ਕੀਤਾ ਗਿਆ, ਕੋਈ ਨੋਟਿਸ ਨਹੀਂ ਦਿੱਤਾ ਗਿਆ, ਇਹਦੇ ਉੱਤੇ ਬਹਿਸ ਹੋ ਸਕਦੀ ਹੈ। ਜੁਲਾਈ 10 ਦੀ ਨੈਕਸਟ ਡੇਟ ਹੈ, ਤਦ ਤੱਕ ਫਿਲਹਾਲ ਸਟੇ ਮਿਲ ਗਿਆ। ਔਰ ਇਸ ਸਟੇ ਦੇ ਅਗੇਂਸਟ ਜਾਣ ਵਾਸਤੇ CM ਰਮੇਸ਼ ਉਹਨਾਂ ਨੇ ਖਾਸ ਤੌਰ ਤੇ ਕੱਲ ਕਿਹਾ ਕਿ ਅਸੀਂ ਜੁਲਾਈ 10 ਦੇ ਵਿੱਚ ਪੁਰਜੋਰ ਤਰੀਕੇ ਨਾਲ ਵਿਰੋਧ ਕਰਾਂਗੇ ਰਾਘਵ ਚੱਡਾ ਉਹਨਾਂ ਨੂੰ ਦਿੱਤੇ ਹੋਏ ਟਾਈਪ 7 ਦੀ ਅਲਾਟਮੈਂਟ ਦਾ, ਤੇ ਅਗਰ ਹਾਇਰ ਕੋਰਟ ਦੇ ਵਿੱਚ ਵੀ ਜਾਣਾ ਪਿਆ ਤੇ ਅਸੀਂ ਜਾਵਾਂਗੇ। ਹਾਊਸ ਦੇ ਮਾਮਲੇ ਦੇ ਵਿੱਚ ਰਾਘਵ ਚੱਡਾ ਉਹਨਾਂ ਅਨਲੱਕੀ ਲੱਗਦੇ ਨੇ, ਕਿਉਂਕਿ ਟਾਈਪ 7 ਜੇ ਉਹਨਾਂ ਨੂੰ ਧਨਕੜ ਸਾਹਿਬ ਨੇ ਦਿੱਤਾ ਸੀਗਾ ਤੇ ਉਹ ਕਿਸ ਆਧਾਰ ਦੇ ਉੱਤੇ ਦਿੱਤਾ ਸੀਗਾ? ਕਿ ਉਹ ਪੋਲੀਟੀਕਲ ਬੰਦਿਤਾ ਸੀਗਾ ਜਾਂ ਜਿਹੜੀ ਕੈਂਸਲੇਸ਼ਨ ਹੈਗੀ ਹੈ ਉਹ ਪੋਲੀਟੀਕਲ ਬੰਦਿਤਾ ਹੈ? ਕਿਉਂਕਿ ਰਾਘਵ ਚੱਡਾ ਇਹ ਕਹਿੰਦੇ ਨੇ ਕਿ ਮੈਨੂੰ ਰਾਜ ਸਭਾ ਦੇ ਵਿੱਚ ਮੁੱਦੇ ਉਠਾਉਣ ਤੋਂ ਰੋਕਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ। ਜਦ ਧਨਕੜ ਸਾਹਿਬ ਨੇ ਤੁਹਾਡੀ ਇੱਕ ਸਪੈਸ਼ਲ ਰਿਕੁਐਸਟ ਮੰਨੀ ਸੀਗੀ, ਤਦ ਤੁਹਾਨੂੰ ਰੋਕਣ ਵਾਸਤੇ, ਮੁੱਦੇ ਉਠਾਉਣ ਤੋਂ ਰੋਕਣ ਵਾਸਤੇ ਹੀ ਉਹ ਅਲਾਟਮੈਂਟ ਕੀਤੀ ਗਈ ਸੀ, ਜੋ ਸ਼ਾਇਦ ਤੁਸੀਂ ਕਮਿਟਮੈਂਟ ਨਹੀਂ ਪੂਰੀ ਕੀਤੀ ਹੋਏਗੀ। ਬਾਅਦ ਚ ਉਹਦੀ ਕੈਂਸਲੇਸ਼ਨ ਦੀ ਗੱਲ ਚੱਲ ਰਹੀ ਹੈ। ਪਰ ਹਾਂ, ਇਹ ਮੁੱਦਾ ਹੁਣ ਅਦਾਲਤਾਂ ਦੇ ਵਿੱਚ ਹੈਗਾ ਤੇ ਜੁਲਾਈ 10 ਨੂੰ ਇਹਦੇ ਉੱਤੇ ਰਾਜ ਸਭਾ ਸੈਕਟਰੀਏਟ ਨੇ ਵੀ ਨਿੱਠ ਕੇ ਬਹਿਸ ਕਰਨ ਦੀ ਆਪਣਾ ਮਨ ਬਣਾ ਲਿਆ। ਇੰਦਰਪ੍ਰੀਤ ਜੀ, ਮੈਨੂੰ ਲੱਗਦਾ ਵੀ ਕਿਸੇ ਨਾ ਡਾਢੇ ਹੀ ਬੰਦੇ ਦੀ ਇਸ ਬੰਗਲੇ ਤੇ ਅੱਖ ਆ। ਬੀਜੇਪੀ ਦਾ ਕੋਈ ਤਗੜਾ ਹੀ ਲੀਡਰ ਲੱਗਦਾ ਵੀ ਜਿੱਦਾਂ ਕਹਿੰਦਾ ਮੈਂ ਤਾਂ ਇਹੀ ਲੈਣਾ, ਮੈਂ ਨਹੀਂ ਜੇ ਦੂਜਾ ਲੈਣਾ। ਤਾਈਓ ਰਾਘਵ ਚੱਡਾ ਨੂੰ ਉੱਥੋਂ ਪਾਸੇ ਕੀਤਾ ਜਾ ਰਿਹਾ। ਖੈਰ ਭਾਸਕਰ ਸਾਹਿਬ, ਇੰਜ ਨਹੀਂ ਹੁੰਦਾ ਵੀ ਤੁਸੀਂ ਮੁੱਦੇ ਨਾ ਉਠਾਓ ਤੁਹਾਨੂੰ ਘਰ ਦੇ ਦਿੰਦੇ ਆ। ਇਹ ਗੱਲ ਤਾਂ ਹੁੰਦੀ ਹੈ ਵੀ ਜੇ ਕਿਤੇ ਮੰਤਰੀ ਦਾ ਅਹੁਦਾ ਦੇਣਾ ਹੋਵੇ
ਕਿ ਤੁਸੀਂ ਮੰਤਰੀ ਤੁਹਾਨੂੰ ਬਣਾ ਦਿੰਦੇ, ਇੱਧਰ ਆਓ, ਉੱਥੇ ਕੀ ਕਰਦੇ ਹੋ। ਜਿੱਦਾਂ ਇੱਕ ਵਾਰੀ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਆਫਰ ਆਈ ਸੀਗੀ, ਜਿਹੜੀ ਆਫਰ ਉਹਨਾਂ ਨੂੰ ਬੜੀ ਫਾਇਦੇਮੰਦ ਹੋਈ, ਕਿਉਂਕਿ ਉਹ ਫਿਰ ਵੇਰ ਕੇ ਉਹ ਕਹਿੰਦੇ ਜੀ ਅਸੀਂ ਮੰਡੀ 'ਚ ਨਹੀਂ ਵਿਕਣ ਵਾਲੇ, ਤੇ ਬਾਅਦ ਦੇ ਵਿੱਚ ਉਹ ਚਿਹਰਾ ਬਣ ਜਾਂਦੇ ਨੇ। ਗੱਲਾਂ ਤਗੜੀਆਂ, ਵੱਡਿਆਂ ਦੇ ਵੱਡੇ ਸਿਰ, ਵੱਡੀਆਂ ਪੀੜਾਂ ਤੇ ਵੱਡੀਆਂ ਹੀ ਸਰਦਾਰੀਆਂ। ਇੰਦਰਪ੍ਰੀਤ ਜੀ, ਆਖਰ 'ਚ ਚੱਲਦੇ ਆ, ਮੁੱਦਾ ਪੰਜਾਬ ਦੀ ਪੋਲਿਟਿਕਸ ਦਾ ਡਿਸਕਸ ਹੋ ਰਿਹਾ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ 24 ਤੋਂ ਪਹਿਲਾਂ ਦੀਆਂ ਪੇਸ਼ਬੰਦੀਆਂ 'ਚ ਰੁੱਝੀ ਹੋਈ ਆ। ਪੁਰਾਣੇ ਭਾਈਵਾਲ ਇੱਕ ਵਾਰੀ ਫਿਰ ਕਿੱਥੇ ਕਿੱਥੇ ਨਾਲ ਜੋੜਨੇ ਨੇ, ਉਹ ਕਵਾਇਦ ਚੱਲ ਰਹੀ ਆ। ਉੱਥੇ ਜਮਾ ਘਟਾਓ ਹੋ ਰਿਹਾ ਕਿ ਕਿਹੜੇ ਖਿੱਤੇ 'ਚ ਕੌਣ ਵਾਰਾ ਖਾਊਗਾ, ਕਿਹੜੇ ਖਿੱਤੇ ਵਿੱਚ ਕਿਸ ਪਾਰਟੀ ਦੀਆਂ, ਸਥਾਨਕ ਪਾਰਟੀ ਦੀਆਂ, ਖੇਤਰੀ ਪਾਰਟੀ ਦੀਆਂ ਵੋਟਾਂ ਬੀਜੇਪੀ ਦੇ ਕੈਂਡੀਡੇਟਸ ਨੂੰ ਕਨਵਰਟ ਹੋ ਸਕਦੀਆਂ। ਇੱਕ ਉੱਥੇ ਥਾਟ ਪੰਜਾਬ ਨੂੰ ਲੈ ਕੇ ਵੀ ਤੁਰਦਾ ਹੈ ਕਿ ਅਕਾਲੀ ਦਲ ਦੇ ਵਰਕਰ ਬੀਜੇਪੀ ਨੂੰ ਵੋਟ ਪਾਉਣਗੇ, ਅਕਾਲੀ ਦਲ ਦੇ ਵੋਟਰ ਬੀਜੇਪੀ ਨੂੰ ਵੋਟ ਪਾਉਣਗੇ, ਔਰ ਜੇ ਅਕਾਲੀ ਦਲ ਆਪਣੇ ਆਪ ਨੂੰ ਰਿਵਾਈਵ ਕਰ ਪਾਉਂਦਾ ਤੇ ਬਹੁਤ ਬਿਹਤਰ, ਜੇ ਨਹੀਂ ਵੀ ਕਰ ਪਾਉਂਦਾ ਤੇ ਅਕਾਲੀ ਦਲ ਦੀ ਵੋਟ ਕਿਸੇ ਹੋਰ ਪਾਸੇ ਜਾਵੇ, ਉਹਦੀ ਬਜਾਏ ਉਹ ਬੀਜੇਪੀ ਨੂੰ ਤਾਂ ਘੱਟੋ ਘੱਟ ਆ ਜੇ। ਇਸ ਤਰ੍ਹਾਂ ਦੇ ਪ੍ਰਾਵਧਾਨ ਵੀ ਸੋਚੇ ਜਾ ਰਹੇ ਆ। ਉਧਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਸੀਗੇ, ਔਰ ਇੱਕ ਜੇਪੀ ਨੱਡਾ ਸਾਹਿਬ ਦੀ ਰੈਲੀ ਦਾ ਜ਼ਿਕਰ ਹੋ ਰਿਹਾ। ਇੱਥੇ ਬਹੁਤੀ ਲੀਡਰਸ਼ਿਪ ਅਸਮੰਜਸ ਚ ਹੈ ਕਿ ਆਪਸ ਵਿੱਚ ਰਲ ਕੇ ਚੱਲਣਾ ਕਿ ਨਹੀਂ, ਕਿਹਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣੇ ਰੌਲੇ ਨੇ। ਉਧਰ ਜਲੰਧਰ ਦੀ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਦੇ ਵਿੱਚ ਰੌਲਿਆਂ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਅੰਦਰ ਆਪਣੇ ਆਪਣੇ ਆਧਾਰ ਖੁਰਨ ਦਾ ਜ਼ਿਕਰ ਵੀ ਹੋ ਰਿਹਾ ਵੀ ਇਕੱਠੇ ਹੋ ਕੇ ਚੱਲਾਂਗੇ, ਕਿਹਦੀ ਵੋਟ ਕਿੱਧਰ ਟਰਾਂਸਫਰ ਹੋ ਜਾਣੀ ਕੋਈ ਪਤਾ ਨਹੀਂ। ਇਸ ਵੇਲੇ ਦੋ ਧਿਰੀ ਲੜਾਈ ਜੀ ਬਣ ਗਈ ਹੈ, ਵਾਰਾ ਵੀ ਖਾਂਦੀ ਹੈ ਕਿ ਨਹੀਂ। ਬਹੁਤ ਧਿਰੀ ਲੜਾਈ ਅਕਸਰ ਸੱਤਾਧਾਰੀਆਂ ਨੂੰ ਵਾਰਾ ਖਾਂਦੀ। ਸੋ ਸਾਰੇ ਸੀਨ ਦੇ ਵਿੱਚ ਜੋ ਕੁਝ ਹੋ ਰਿਹਾ, ਇੱਕ ਵਾਰੀ ਇਹਨੂੰ ਥੋੜਾ ਜਿਹਾ ਅੱਗੇ ਤੋਂ ਰੰਧਾਵਾ ਸਾਹਿਬ ਦੇਖੋ, 2024 ਦੇ ਇਲੈਕਸ਼ਨ ਹੋਣ ਨੂੰ ਸਿਰਫ ਹੁਣ ਕੁਝ ਮਹੀਨੇ ਰਹਿ ਗਏ। ਹੁਣ ਤਾਂ ਮੈਂ ਸਾਲ ਵੀ ਨਹੀਂ ਕਹੂੰਗਾ, ਹੁਣ ਤਾਂ ਕੁਝ ਮਹੀਨੇ ਰਹਿ ਗਏ। ਔਰ ਭਾਰਤੀ ਜਨਤਾ ਪਾਰਟੀ ਦਾ ਇਹ ਖਾਸ ਉਹ ਰਹਿੰਦਾ ਹੈ ਕਿ ਜਦੋਂ ਇੱਕ ਇਲੈਕਸ਼ਨ ਮੁੱਕਦਾ ਤੇ ਨਾਲ ਦੀ ਨਾਲ ਉਹ ਦੂਜੇ ਤੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ। ਤੇ ਜੇ ਤੁਸੀਂ ਦੇਖੋ ਇਸ ਟਾਈਮ ਜਿੰਨੀ ਤਿਆਰੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਮੈਨੂੰ ਲੱਗਦਾ ਕਿ ਇੰਨੀ ਤਿਆਰੀ ਕੋਈ ਹੋਰ ਪਾਰਟੀ ਨਹੀਂ ਕਰ ਰਹੀ। ਉਹਨਾਂ ਦੇ ਸਾਰੇ ਮਿਨਿਸਟਰ, ਜਿੰਨੇ ਸੈਂਟਰ ਮਿਨਿਸਟਰ ਨੇ, ਇਸ ਟਾਈਮ ਆਪਣੇ 9 ਸਾਲ ਦੀਆਂ ਉਪਲਬਧੀਆਂ ਨੂੰ ਲੈ ਕੇ ਜਿੱਥੇ ਜਿੱਥੇ ਜਾ ਰਹੇ ਨੇ, ਨਾਲ ਦੀ ਨਾਲ ਉਸ ਸਟੇਟ ਦੇ ਵਿੱਚ ਕੀ ਨਵੇਂ ਸਮੀਕਰਨ ਬਣ ਸਕਦੇ ਨੇ, ਇਸ ਦੇ ਉੱਤੇ ਵੀ ਚਰਚਾਵਾਂ ਚੱਲ ਰਹੀਆਂ ਨੇ। ਕਿਉਂਕਿ ਭਾਜਪਾ ਨੂੰ ਇਹ ਇੱਕ ਲਾਂਛਨ ਜਾਂ ਭਾਜਪਾ ਤੇ ਲੱਗ ਰਿਹਾ ਹੈ ਕਿ ਉਹ ਜਿੰਨਾ ਪਾਰਟੀਆਂ, ਰੀਜਨਲ ਪਾਰਟੀਆਂ ਨਾਲ ਸਮਝੌਤਾ ਕਰਦੇ ਆ, ਫਿਰ ਉਸ ਨੂੰ ਖਾ ਹੀ ਜਾਂਦੇ ਆ, ਜਾਂ ਤਾਂ ਤੋੜ ਦਿੰਦੇ ਆ ਜਾਂ ਖਾ ਜਾਂਦੇ ਆ। ਜਿਸ ਤਰ੍ਹਾਂ ਮੈਂ ਕਹਾਂ ਕਿ ਅਕਾਲੀ ਦਲ ਅਗਰ ਨਾਲ ਸਮਝੌਤਾ ਕੀਤਾ ਤਾਂ ਇੱਥੇ ਉਹ ਦੋ ਫਾੜ ਹੋ ਗਿਆ। ਅਕਾਲੀ ਦਲ ਬਾਦਲ ਇੱਕ ਪਾਸੇ ਹੋ ਗਿਆ, ਅਕਾਲੀ ਦਲ ਢੀਂਡਸਾ ਇੱਕ ਪਾਸੇ ਹੋ ਗਿਆ। ਇਸੇ ਤਰ੍ਹਾਂ ਹੀ ਜੋ ਜਿਹੜੇ ਉਹਨਾਂ ਦੇ ਪੁਰਾਣੇ ਐਲਾਈ ਸੀ ਦੋ, ਅਕਾਲੀ ਦਲ ਔਰ ਸ਼ਿਵ ਸੈਨਾ ਦੇ ਵਿੱਚ ਵੀ ਇਦਾਂ ਹੀ ਹੋਇਆ। ਉद्धਵ ਠਾਕਰੇ ਇੱਕ ਪਾਸੇ ਹੋ ਗਿਆ ਔਰ ਸ਼ਿੰਦੇ ਇੱਕ ਪਾਸੇ ਹੋ ਗਿਆ। ਇਹ ਜਿੰਨੇ ਰੀਜਨਲ ਪਾਰਟੀਆਂ ਨੇ, ਇਹ ਸਾਰੀਆਂ ਨੂੰ ਤੋੜ ਕੇ ਆਪਣੀ ਇੱਕ ਸੱਤਾ ਨੂੰ ਵਧਾਉਣ ਦਾ ਇੱਕ ਯਤਨ ਕਰਦੇ ਰਹਿੰਦੇ ਆ। ਤੇ ਹੁਣ ਉਹਨਾਂ ਤੇ ਇਹ ਆ ਰਿਹਾ ਵੀ ਇਹ ਰੀਜਨਲ ਪਾਰਟੀਆਂ ਨੂੰ ਲੈ ਕੇ ਸਿਰਫ ਇੱਕ ਲੈਡਰ ਵਾਂਗੂ, ਪੌੜੀ ਵਾਂਗੂ ਯੂਜ਼ ਕਰਦੇ ਆ, ਉਸ ਤੋਂ ਬਾਅਦ ਉਹਨੂੰ ਸਿੱਟ ਦਿੰਦੇ ਆ। ਇਸ ਕਰਕੇ ਹੁਣ ਜਦੋਂ 24 ਆ ਰਿਹਾ ਹੈ ਤਾਂ ਔਰ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਜਿਵੇਂ ਜਿਵੇਂ ਵਿਗੜਦੀ ਜਾ ਰਹੀ ਹੈ, ਤਾਂ ਉਹ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਪੁਰਾਣੇ ਅਲਾਈ ਹੈ ਜਿਵੇਂ ਉਹਨਾਂ ਨੂੰ ਇਕੱਠੇ ਕੀਤਾ ਜਾਏ। ਸੇਮ ਹੀ ਪੰਜਾਬ 'ਚ ਹੋ ਰਿਹਾ। ਮੇਰੀ ਅਕਾਲੀ ਦਲ ਦੇ ਇੱਕ ਨੇਤਾ ਨਾਲ ਪਿਛਲੇ ਦਿਨਾਂ 'ਚ ਹੀ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ 50-50 ਦੇ ਉੱਤੇ ਗੱਲ ਚੱਲ ਰਹੀ ਹੈ ਕਿ 50-50 ਸੀਟਾਂ ਹੋਣਗੀਆਂ। ਜਿਵੇਂ ਪਹਿਲਾਂ ਤਾਂ ਬਹੁਤ ਥੋੜੀਆਂ ਸੀਟਾਂ ਮਿਲਦੀਆਂ ਸੀ, ਬੀਜੇਪੀ ਨੂੰ 20-22 ਸੀਟਾਂ 23 ਸੀਟਾਂ ਵਿਧਾਨ ਸਭਾ 'ਚ ਮਿਲਦੀਆਂ ਰਹੀਆਂ ਤੇ 3 ਸੀਟਾਂ ਪਾਰਲੀਮੈਂਟ 'ਚ ਮਿਲ ਰਹੀਆਂ ਰਹੀਆਂ। ਵੈਸੇ ਉਹ ਚੰਡੀਗੜ੍ਹ ਵਾਲੀ ਸੀਟ ਵੀ ਇਸੇ 'ਚ ਹੀ ਗਿਣਦੇ ਆ। ਪੰਜਾਬ ਨਾਲ ਜਿਹੜਾ ਅਕਾਲੀ ਦਲ ਦਾ ਸਮਝੌਤਾ ਉਹਦੇ ਵਿੱਚ ਹੀ ਗਿਣਦੇ ਆ। 14 ਸੀਟਾਂ ਚੋਂ 4 ਉਹਨਾਂ ਨੂੰ, 10 ਇਹਨਾਂ ਨੂੰ। ਮੈਨੂੰ ਲੱਗਦਾ ਕਿ ਹੁਣ ਉਹ ਆਪਣਾ ਜਿਹੜਾ ਜਿਹਨੂੰ ਕਹਿੰਦੇ ਆ ਹਿੱਸਾ, ਉਹ ਵਧਾ ਰਹੇ ਆ ਔਰ ਉਹ 50% ਤੱਕ ਲੈ ਕੇ ਆਉਣਾ ਚਾਹੁੰਦੇ ਆ। ਇਹਦੇ 'ਚ ਉਹਨਾਂ ਨੂੰ ਕਿੰਨੀ ਉਮੀਦ ਹੈ ਜਾਂ ਕਿੰਨੀ ਜਿੱਤ ਦਾ ਯਕੀਨ ਹੈ, ਇਹ ਮੈਂ ਅਜੇ ਨਹੀਂ ਕਹਿ ਸਕਦਾ, ਕਿਉਂਕਿ ਬੀਜੇਪੀ ਦਾ ਹਜੇ ਕਾਡਰ ਉਹਨਾਂ ਸੀਟਾਂ ਤੇ ਨਹੀਂ ਹੈਗਾ ਜਿਹੜੀਆਂ ਸੀਟਾਂ ਉਹ ਪਿਛਲੇ ਕਾਫੀ ਸਮੇਂ ਤੋਂ ਨਹੀਂ ਲੜ ਰਹੇ। ਸੋ ਇਸ ਤਰ੍ਹਾਂ ਦਾ ਜਿਹੜਾ ਸਮੀਕਰਨ ਬੀਜੇਪੀ ਦਾ ਬਣ ਰਿਹਾ ਹੈ। ਅਕਾਲੀ ਦਲ ਦੇ ਵਿੱਚ ਵੀ ਬਹੁਤ ਕਸ਼ਮਕਸ਼ ਚੱਲ ਰਹੀ ਹੈ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਬਹੁਜਨ ਸਮਾਜ ਪਾਰਟੀ ਦਾ ਨਾਲ ਜਿਹੜਾ ਕੀਤਾ ਹੋਇਆ ਸਮਝੌਤਾ ਹੈ ਉਹ ਕਿੱਥੇ ਜਾਏਗਾ। ਕੀ ਉਸ ਸਮਝੌਤੇ ਦੇ ਵਿੱਚ ਅਸੀਂ ਤਿੰਨਾਂ ਨੂੰ ਇਕੱਠਾ ਕਰਾਂਗੇ ਤਾਂ ਉਹਦੇ ਵਿੱਚ ਫਿਰ ਇਹ ਗੱਲ ਆਏਗੀ ਕਿ ਨੈਸ਼ਨਲ ਲੈਵਲ ਤੇ ਕੀ ਮਾਇਆਵਤੀ ਔਰ ਬੀਜੇਪੀ ਆਪਸ 'ਚ ਕੋਈ ਸਮਝੌਤਾ ਕਰਨਾ ਚਾਹੁੰਦੇ ਆ ਕਿ ਨਹੀਂ। ਔਰ ਅਗਰ ਚਾਹੁੰਦੇ ਆ ਤਾਂ ਜਿਹੜੀ ਇੱਥੇ ਵਾਲੀ ਕੋਈ ਸੀਟ, 1 ਜਾਂ 2 ਸੀਟਾਂ ਅਗਰ ਉਹਨੂੰ ਦਿੱਤੀਆਂ ਜਾਂਦੀਆਂ ਨੇ ਬਸਪਾ ਨੂੰ, ਤਾਂ ਉਹ ਕਿਸ ਦੇ ਕੋਟੇ 'ਚੋਂ ਦਿੱਤੀਆਂ ਜਾਣਗੀਆਂ। ਸੋ ਇਸ ਤਰ੍ਹਾਂ ਦੀਆਂ ਬਹੁਤ ਜਿਹਨੂੰ ਕਹਿੰਦੇ ਆ ਵੀ ਚਰਚਾਵਾਂ ਚੱਲ ਰਹੀਆਂ ਨੇ
ਬਹੁਤ ਮੰਥਨ ਚੱਲ ਰਿਹਾ ਔਰ ਕਿਸੇ ਸਿਰੇ ਤੇ ਨਹੀਂ ਪਹੁੰਚ ਰਿਹਾ। ਜਾਂ ਤਾਂ ਅਕਾਲੀ ਦਲ ਦੀ ਸਥਿਤੀ ਇਹ ਹੋਈ ਪਈ ਹੈ ਕਿ ਉਹ ਦੁਬਾਰਾ ਬੀਜੇਪੀ ਨਾਲ ਜਾਏ ਜਾਂ ਬੀਜੇਪੀ ਨੂੰ ਜਵਾਬ ਦੇ ਕੇ ਉਹ ਬਸਪਾ ਨਾਲ ਹੀ ਆਪਣਾ ਜਿਹੜਾ ਸਮਝੌਤਾ ਹੈ ਉਹਨੂੰ ਕਾਇਮ ਰੱਖੇ। ਬਿਲਕੁਲ। ਸਾਹਮਣੇ 3 ਅਸੈਂਬਲੀ ਇਲੈਕਸ਼ਨ ਵੀ ਆ ਰਹੀਆਂ ਨੇ, ਮੱਧ ਪ੍ਰਦੇਸ਼ ਵੀ, ਰਾਜਸਥਾਨ ਵੀ ਜਾਣਾ ਹੈ। ਮੈਨੂੰ ਲੱਗਦਾ ਇਹਨਾਂ ਨੇ ਕਾਫੀ ਜ਼ਿਆਦਾ ਸੰਕੇਤ ਉੱਥੋਂ ਮਿਲਣਗੇ ਕਿ 24 ਦੇ ਵਿੱਚ ਕਿਹਦੀ ਕੀ ਲੋੜ ਆ। ਖੈਰ ਭਾਸਕਰ ਸਾਹਿਬ, ਜਿਹੜੀ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਕਾਫੀ ਅਸਮੰਜਸ ਹੈ। ਮਤਲਬ ਕਾਂਗਰਸ ਨੂੰ ਸਮਝ ਨਹੀਂ ਆ ਰਹੀ ਕਿ ਸਟੇਟ ਦੇ ਵਿੱਚ ਉਹ ਕਿਵੇਂ ਅੱਗੇ ਵਧੇ। ਜੇਕਰ ਹੁਣ ਉਹ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਸਪੋਰਟ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਇਹ ਇਲਜ਼ਾਮ ਆਊਗਾ ਕਿ ਉਹ ਬੀਜੇਪੀ ਨੂੰ, ਇਨ ਅਦਰ ਵਰਡਸ ਬੀਜੇਪੀ ਨੂੰ ਮਦਦ ਕਰਦੇ ਆ ਜੀ। ਉਹ ਵੀ ਸਟੇਟਾਂ ਦੇ ਇਸ ਤਰ੍ਹਾਂ ਦੇ ਖੁਦ ਮੁਖਤਿਆਰੀ ਦੇ ਜਾਂ ਸਟੇਟਾਂ ਦੇ ਰਾਈਟਸ ਦੇ ਹੱਕ 'ਚ ਨਹੀਂ ਹੈਗੇ, ਉਹ ਉਹਨਾਂ ਤੇ ਇਲਜ਼ਾਮ ਆਊਗਾ। ਜੇ ਉਹ ਉੱਥੇ ਕੇਜਰੀਵਾਲ ਦੇ ਹੱਕ 'ਚ ਖੜਦੇ ਆ ਤਾਂ ਇੱਧਰਲਿਆਂ ਨੇ ਮੈਨੂੰ ਲੱਗਦਾ ਡਾਂਗ ਚਲਾਉਣੀ ਆ ਵੀ ਤੁਸੀਂ ਸਾਡਾ ਸੋਚਦੇ ਨਹੀਂ, ਇੱਧਰ ਮਾਰ ਸੁੱਟੇ ਅਸੀਂ। ਸੋ ਇਹ ਚੀਜ਼ਾਂ ਵੀ ਹੈਗੀਆਂ ਨੇ। 2 ਦਿਨ ਬਾਅਦ ਇੱਕ ਰੈਲੀ ਉਹਨਾਂ ਨੇ ਰੱਖੀ ਹੋਈ ਆ, ਉਹਦੇ 'ਚ ਇਹ ਜਾਂਦੇ ਆ ਕਿ ਨਹੀਂ ਜਾਂਦੇ ਰਾਮਲੀਲਾ ਮੈਦਾਨ ਦੇ ਵਿੱਚ, ਇਹ ਵੀ ਦੇਖਣ ਵਾਲੀ ਗੱਲ। ਜਾਂ ਸੰਕੇਤ ਮਾਤਰ ਕੋਈ ਥੱਲੇ ਦੇ ਪੱਧਰ ਦਾ ਲੀਡਰ ਭੇਜ ਦਿੰਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਔਰ ਰਾਜਾ ਵੜਿੰਗ ਸਾਰੇ ਧਾਰਾ ਤਾਂ ਇੱਕ ਚ ਬਹਿੰਦੇ ਦਿਸਦੇ ਆ, ਪਰ ਅੰਦਰ ਦੇ ਅੰਦਰ ਇਹ ਵੀ ਇੱਕ ਰੌਲਾ ਰਹਿੰਦਾ ਕਿ ਕੌਣ ਕਿਹਨੂੰ ਖਾ ਜਾਏਗਾ। ਸੁਖਜਿੰਦਰ ਸਿੰਘ ਰੰਧਾਵਾ ਦਾ ਕੱਦ ਵੀ ਰਾਜਸਥਾਨ ਚ ਵੱਡਾ ਹੋਇਆ, ਉਹ ਰਾਜਸਥਾਨ ਦੇ ਵਿੱਚੋਂ ਘਟਾ ਕੇ ਵਾਪਸ ਆਉਂਦੇ ਆ ਕੱਦ ਨੂੰ ਜਾਂ ਵਧਾ ਕੇ ਵਾਪਸ ਆਉਂਦੇ ਆ, ਜੇ ਇਹ ਫੈਸਲਾ ਹੋਣਾ ਹੈ। ਪਰ ਅਕਾਲੀ ਦਲ ਦੇ ਵਿੱਚ ਵੀ ਕੱਲ ਸੁਖਬੀਰ ਸਿੰਘ ਬਾਦਲ ਕੁਝ ਲੋਕਾਂ ਨੂੰ ਸ਼ਾਮਲ ਕਰਦੇ ਆ, ਇੱਕ ਵਾਰੀ ਫਿਰ ਲੋਕਾਂ ਨੂੰ ਕਹਿ ਰਹੇ ਸੀ ਵੀ ਜੇ ਸਾਡੇ ਕੋਲ ਗਲਤੀਆਂ ਹੋਈਆਂ। ਸੋ ਚੀਜ਼ਾਂ ਜਿਹੜੀਆਂ ਸਾਰੀਆਂ ਜਿਵੇਂ ਸਪੇਸ ਲੈ ਰਹੀਆਂ ਨੇ, ਇਹਨੂੰ ਇਸ ਵੇਲੇ ਇਨ ਟੋਟੈਲਿਟੀ ਕਿਵੇਂ ਦੇਖੀਏ? ਫਿਲਹਾਲ ਤੇ ਅਕਾਲੀ ਦਲ ਦੀ ਜਿਹੜੀ ਆਪਾਂ ਰਿਵਾਈਵਲ ਦੀ ਲੜਾਈ ਹੈ ਉਹ ਨਜ਼ਰ ਆਉਂਦੀ ਹੈ ਸਰਵਾਈਵਲ ਦੀ ਲੜਾਈ, ਕਿਉਂਕਿ ਅਕਾਲੀ ਦਲ ਔਰ ਭਾਜਪਾ ਦੇ ਵਿੱਚ ਮੁੜ ਅਲਾਈਅੰਸ ਹੋ ਸਕਦਾ ਹੈ, ਇਹਦੀ ਗੱਲਾਂ ਦਬੇ ਸੁਰ ਦੇ ਵਿੱਚ ਤੇ ਚੱਲਦੀਆਂ। ਲੇਕਿਨ ਜਦ ਵੱਡੇ ਲੀਡਰਾਂ ਦੇ ਬਿਆਨ ਆਉਂਦੇ ਨੇ ਤੇ ਦੋਨੋਂ ਪਾਸਿਓਂ ਭਾਵੇਂ ਹਰਦੀਪ ਪੁਰੀ ਭਾਜਪਾ ਦੇ ਹੋਣ, ਕਹਿੰਦੇ ਮਤਲਬ ਹੀ ਨਹੀਂ ਸਾਡਾ ਅਕਾਲੀ ਦਲ ਦੇ ਨਾਲ ਅਲਾਈਅੰਸ ਹੋ ਸਕਦਾ। ਪਰ ਦੂਜੇ ਪਾਸੇ ਜਦ ਇਹ ਅਲਾਈਅੰਸ ਦੀ ਗੱਲਾਂ ਚੱਲਦੀ ਹੈ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਕੱਲ ਉਹ ਇਹ ਗੱਲ ਪੱਤਰਕਾਰਾਂ ਨੂੰ ਕਹਿੰਦੇ ਨੇ ਕਿ ਜੇ ਸਾਡਾ ਅਲਾਈਅੰਸ ਤਾਂ ਹੀ ਹੋ ਸਕਦਾ ਹੈ ਬੀਜੇਪੀ ਦੇ ਨਾਲ ਜੇ ਬੀਜੇਪੀ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਕੋਈ ਐਕਸ਼ਨ ਲਏ, ਜਾਂ ਫਿਰ ਜਿਹੜਾ ਹਰਿਆਣਾ ਦੇ ਵਿੱਚ ਵੱਖਰੀ ਐਸਜੀਪੀਸੀ ਦੇ ਉੱਤੇ ਕੀ ਸਟੈਂਡ ਹੈ ਉਹਨਾਂ ਦਾ, ਉਸ ਨੂੰ ਖਾਰਿਜ ਕਰਨ, ਤਾਂ ਅਸੀਂ ਇਕੱਠੇ ਮਿਲ ਸਕਦੇ ਹਾਂ। ਫਿਰ ਉਹ तमाम ਮੁੱਦੇ ਜਿਹੜੇ ਸਿੱਖੀ ਦੇ ਜਾਂ ਸਿੱਖਾਂ ਦੇ, ਉਹ ਪੰਜਾਬ ਸਰਕਾਰ ਦੇ ਜਾਂ ਕੇਂਦਰ ਸਰਕਾਰ ਦੇ ਨਾਲ ਲੰਬਿਤ ਹੈਗੇ ਨੇ, ਪੈਂਡਿੰਗ ਹੈਗੇ ਨੇ, ਉਹਨਾਂ ਮੁੱਦਿਆਂ ਦੇ ਉੱਤੇ ਕੋਈ ਫੈਸਲਾ ਲੈ। ਪਰ ਅਸਲੀ ਹਾਲਾਤ ਤੇ ਐਵੇਂ ਬੀਜੇਪੀ ਤੇ ਅਕਾਲੀ ਦਲ ਦੇ ਉਹ ਹਾਲਾਤ ਨੇ ਜਿੱਦਾਂ ਕਿ ਕੋਈ ਤੈਸ਼ ਵਿੱਚ ਆ ਕੇ ਕੋਈ ਦੰਪਤੀ ਕਪਲ ਤਲਾਕ ਲੈ ਲੈਂਦਾ, ਤਲਾਕ ਲੈਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ ਤਾਂ ਸਾਡੇ ਦੋਨਾਂ ਦਾ ਨਹੀਂ ਸਰਦਾ, ਔਰ ਜਿਹੜੇ ਦੋਸਤ ਹੁੰਦੇ ਨੇ, ਮਿੱਤਰ ਹੁੰਦੇ ਨੇ, ਉਹ ਕਹਿੰਦੇ ਨੇ ਵੀ ਦੋਨੋਂ ਦੁਬਾਰਾ ਰਲ ਜਾਓ। ਹੁਣ ਰਲਣ ਤੇ ਕਿਸ ਗੱਲ ਤੇ ਰਲਣ, ਅੱਗੇ ਚੱਲ ਕੇ ਕੋਈ ਤੈਸ਼ਪੰਤੀ ਨਹੀਂ ਦਿਖਾਏਗਾ, ਇਹਦੀ ਗਰੰਟੀ ਕੌਣ ਹੈ? ਦੋਨੋਂ ਮਿਲਣਾ ਚਾਹੁੰਦੇ ਨੇ, ਦੋਨਾਂ ਦਾ ਹੀ ਨਹੀਂ ਸਰਦਾ, ਇਹ ਗੱਲ ਪੱਕੀ ਹੈ। ਔਰ ਇਹਦੇ ਵਿੱਚ ਭਾਜਪਾ ਦੇ ਵਿੱਚ ਵੀ ਲੀਡਰਾਂ ਨਾਲ ਤੁਸੀਂ ਗੱਲ ਕਰਕੇ ਦੇਖੋ ਤਾਂ ਉਹ ਕਹਿੰਦੇ ਨੇ ਭਾਜਪਾ ਤਦ ਤੱਕ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਆਧਾਰ ਨਹੀਂ ਪ੍ਰਾਪਤ ਕਰ ਸਕਦੀ ਜਦ ਤੱਕ ਵੀ ਅਕਾਲੀ ਦਲ ਦੇ ਨਾਲ ਅਲਾਈਅੰਸ ਨਹੀਂ ਹੁੰਦਾ। ਅਕਾਲੀ ਦਲ ਜਿਹੜਾ ਅੱਜ 3 ਤੇ ਖੜਾ ਹੈ ਉਹ ਵੀ ਆਪਣੇ ਆਪ ਦੀ ਰਿਵਾਈਵਲ ਦੀ ਲੜਾਈ ਨੂੰ ਮੁਸ਼ਕਿਲ ਸਮਝਦਾ ਹੈ ਜਦ ਤੱਕ ਕਿ ਉਹਦੀ ਭਾਜਪਾ ਦੇ ਨਾਲ ਦੁਬਾਰਾ ਇੱਕ ਅਲਾਈਅੰਸ ਨਹੀਂ ਹੁੰਦਾ। ਬਹੁਜਨ ਸਮਾਜ ਪਾਰਟੀ ਦਾ ਅਲਾਈਅੰਸ ਬਹੁਤਾ ਮੈਟਰ ਨਹੀਂ ਕਰਦਾ। 1996 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਾਲ ਅਕਾਲੀ ਦਲ ਦਾ ਅਲਾਈਅੰਸ ਸਿਖਰ ਤੇ ਸੀਗਾ, 13 ਵਿੱਚੋਂ 9 ਸੀਟਾਂ ਆਇਆ, ਉਹਨਾਂ ਨੇ 11 ਸੀਟਾਂ ਜਿੱਤੀ ਸੀਗੀ ਲੋਕ ਸਭਾ ਦੀ, ਉਸ ਤੋਂ ਬਾਵਜੂਦ ਵੀ ਅਲਾਈਅੰਸ ਤੋੜਤਾ ਸੀਗਾ। ਪਰ ਭਾਜਪਾ ਦੇ ਨਾਲ ਕਿਹਨਾਂ ਸ਼ਰਤਾਂ ਦੇ ਉੱਤੇ ਅਲਾਈਅੰਸ ਹੋਣ, ਜ਼ਰੂਰਤ ਦੋਨਾਂ ਦੀ ਹੈ। ਭਾਜਪਾ ਜਿਨ੍ਹਾਂ ਦੀ ਰੀਜਨਲ ਪਾਰਟੀਆਂ ਦੇ ਨਾਲ ਹੁਣ ਪੂਰੇ ਦੇਸ਼ ਦੇ ਲੈਵਲ ਤੇ ਅਲਾਈਅੰਸ ਬਿਲਕੁਲ ਘਟ ਗਏ ਨੇ। ਸ਼ਿਵ ਸੈਨਾ ਔਰ ਅਕਾਲੀ ਦਲ ਸਭ ਤੋਂ ਓਲਡੈਸਟ ਅਲਾਈਅੰਸ ਐਨਡੀਏ ਦੇ ਅੱਜ ਭਾਜਪਾ ਦੇ ਨਾਲ ਨਹੀਂ ਹੈਗੇ। ਨਵੇਂ ਅਲਾਈਅੰਸ ਪਾਰਟਨਰ ਦੀ ਤਲਾਸ਼ ਕਰਨ ਤੋਂ ਪਹਿਲਾਂ ਹੁਣ ਭਾਜਪਾ ਦੀ ਵੀ ਇੱਕ ਮਜਬੂਰੀ ਹੈਗੀ ਹੈ ਕਿ ਪੁਰਾਣਿਆਂ ਨਾਲ ਹੀ ਗੱਲ ਬਣ ਜਾਏ ਤੇ ਜ਼ਿਆਦਾ ਬੈਟਰ ਹੈਗਾ। ਹੁਣ ਭਾਜਪਾ ਦੇ ਅਲਾਈਅੰਸ ਰਹਿ ਕਿਹੜੇ ਗਏ ਨੇ? ਹੁਣ ਜਨਤਾ ਦਲ ਸੈਕੂਲਰ, ਦੇਵੇਗੌੜਾ ਉਹਨਾਂ ਦੀ ਪਾਰਟੀ ਕਰਨਾਟਕਾ ਦੇ ਵਿੱਚ, ਉੱਥੇ ਅਲਾਈਅੰਸ ਦੀ ਸੰਭਾਵਨਾ ਹੈਗੀ ਹੈ। ਉਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਜਿੱਥੇ ਭਾਜਪਾ 0 ਹੈ, AIDMK, ਉੱਥੇ ਮਜਬੂਰੀ ਵੀ ਹੈ ਅਲਾਈਅੰਸ ਕਰਨ ਦੀ। ਬੀਜੂ ਜਨਤਾ ਦਲ ਨੇ ਪਹਿਲੇ ਮਨਾ ਕਰਤਾ ਹੈ ਵੀ ਡਾਇਰੈਕਟਲੀ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਉਹ ਅਲਾਈਅੰਸ ਨਹੀਂ ਕਰਨਗੇ। ਹੁਣ ਉਸ ਤੋਂ ਬਾਅਦ ਸ਼ਿਵ ਸੈਨਾ ਤੇ ਅਕਾਲੀ ਦਲ, ਸ਼ਿਵ ਸੈਨਾ ਸ਼ਿੰਡੇ ਗਰੁੱਪ, ਉਹਦੇ ਨਾਲ ਭਾਜਪਾ ਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਫਾਇਦਾ ਅੱਗੇ ਚੱਲ ਕੇ ਹੋਣ ਲੱਗਾ ਤੇ ਅਲਾਈਅੰਸ ਪਾਰਟਨਰ ਦੀ ਤਲਾਸ਼ ਹੋਈ ਤਦ ਜਦ 160 ਸੀਟਾਂ ਦੇ ਉੱਤੇ ਭਾਜਪਾ ਆਪ ਮੰਨਦੀ ਹੈ ਕਿ ਦੇ ਆਰ ਔਨ ਵੀਕ ਵਿਕਟ, ਔਰ 303 ਸੀਟਾਂ ਲੈਣ ਵਾਲੀ 2019 ਦੇ ਵਿੱਚ ਭਾਜਪਾ
ਅੱਜ 272 ਦਾ ਆંકੜਾ ਵੀ ਕਿੱਦਾਂ ਟੱਚ ਕਰੇਗੀ। ਇਹਦੇ ਉੱਤੇ ਚਿੰਤਨ ਸ਼ਿਵਿਰ, ਚਿੰਤਨ ਬੈਠਕਾਂ ਉੱਥੇ ਭਾਜਪਾ ਦੇ ਵਿੱਚ ਵੀ ਚੱਲ ਰਹੀਆਂ। ਪੋਲੀਟੀਕਲ ਸਿਚੁਏਸ਼ਨ ਹੈ, ਕਈ ਵਾਰ ਤੁਹਾਨੂੰ ਮਜਬੂਰ ਕਰਦੀ ਹੈ ਕਿ ਪਿਛਲੇ ਸਾਥੀਆਂ ਨੂੰ ਨਾਲ ਜੋੜੋ ਤੇ ਅਗਲੇ ਸਾਥੀ ਜੋੜੋ। ਉਸੇ ਕਵਾਇਦ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਦੁਬਾਰਾ ਅਲਾਇੰਸ ਦੀ ਫਿਰ ਦੁਬਾਰਾ ਗੱਲਾਂ ਤੁਰਨੀ ਸ਼ੁਰੂ ਹੋ ਗਈ ਹੈ। ਜਿੱਥੇ ਤੱਕ ਗੱਲ ਕਰੀਏ ਕਾਂਗਰਸ ਦੀ, ਕਾਂਗਰਸ ਦੇ ਵਾਸਤੇ ਇਹ ਇੱਕ ਮਜਬੂਰੀ ਹੈਗੀ ਹੈ ਕਿ ਆਰਡੀਨੈਂਸ ਨੂੰ ਜਿਹੜਾ ਰਾਜ ਸਭਾ ਦੇ ਵਿੱਚ ਦਿੱਲੀ ਦੇ ਅਧਿਕਾਰਾਂ ਨੂੰ, ਖਾਸ ਕਰਕੇ ਦਿੱਲੀ ਸਰਕਾਰ ਦੇ ਅਧਿਕਾਰਾਂ ਨੂੰ ਛੀਨਣ ਦੀ ਵਾਲੀ ਗੱਲ ਜਿਹੜੀ ਚੱਲ ਰਹੀ ਹੈ, ਉਹਦੇ ਵਿੱਚ ਰੰਧਾਵਾ ਜੀ ਭਾਵੇਂ ਕਾਂਗਰਸ ਜੋ ਮਰਜ਼ੀ ਫੈਸਲਾ ਲਏ, ਉਹਨਾਂ ਨੂੰ ਇਹ ਫੈਸਲਾ ਲੈਣਾ ਉਹਨਾਂ ਵਾਸਤੇ ਮਜਬੂਰੀ ਹੈ ਕਿ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਸਪੋਰਟ ਕਰਨਾ ਹੀ ਪਏਗਾ, ਕਿਉਂਕਿ ਲੋਕਤਾਂਤਰਿਕ ਸੰਸਥਾਵਾਂ ਦਾ ਜਾਂ ਲੋਕਤੰਤਰ ਦੇ ਕਤਲ ਦਾ ਇਲਜ਼ਾਮ ਜਿਹੜੀ ਭਾਜਪਾ ਦੇ ਉੱਤੇ ਕਾਂਗਰਸ ਵੱਖ-ਵੱਖ ਤਰੀਕੇ ਨਾਲ ਲਾਉਂਦੀ ਹੈ। ਜੇ ਇਸ ਮੁੱਦੇ ਦੇ ਉੱਤੇ ਉਹ ਅਗਰ ਆਮ ਆਦਮੀ ਪਾਰਟੀ ਦਾ ਸਾਥ ਨਹੀਂ, ਆਰਡੀਨੈਂਸ ਦੇ ਵਿਰੋਧ ਦੀ ਗੱਲ ਹੈ, ਉਹ ਦੇਣਾ ਹੀ ਪਏਗਾ। ਭਾਵੇਂ ਕਾਂਗਰਸ ਦੇ ਪੰਜਾਬ ਦੇ ਆਗੂ ਇਸ ਗੱਲ ਦੇ ਉੱਤੇ ਬਾਰ-ਬਾਰ ਆਪਣੀ ਹਾਈਕਮਾਨ ਨੂੰ ਕਹਿ ਰਹੇ ਨੇ ਕਿ ਨਾ ਕਰਨਾ, ਅਸੀਂ ਜ਼ੀਰੋ ਹੋ ਜਾਾਂਗੇ। ਮੈਨੂੰ ਇਹ ਲੱਗਦਾ ਹੈ ਕਿ ਵੀ ਅੰਦਰ ਖਾਤੇ ਇਹ ਵੀ ਗੱਲ ਪਤਾ ਹੈ ਪੰਜਾਬ ਦੇ ਕਾਂਗਰਸ ਲੀਡਰਾਂ ਨੂੰ ਕਿ ਆਰਡੀਨੈਂਸ ਨੂੰ ਸਪੋਰਟ ਕਰਨਾ ਕਾਂਗਰਸ ਦੀ ਮਜਬੂਰੀ ਹੈ। ਜੂਨ 11 ਦੀ ਰੈਲੀ ਦੇ ਵਿੱਚ ਕਾਂਗਰਸ ਵਾਲੇ ਜਾਣਗੇ ਕਿ ਨਹੀਂ ਜਾਣਗੇ, ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ, ਪਰ ਰਾਜ ਸਭਾ ਦੇ ਵਿੱਚ ਉਸ ਆਰਡੀਨੈਂਸ ਦਾ ਵਿਰੋਧ ਕਰਨਾ ਉਹ ਆਪਣੇ ਆਪ ਵਿੱਚ ਕਾਂਗਰਸ ਦੀ ਮਜਬੂਰੀ ਲੱਗਦੀ ਹੈ। ਕਾਂਗਰਸ ਗੈਰ ਹਾਜ਼ਰ ਰਹਿ ਕੇ ਵੀ ਨਹੀਂ ਸਾਰ ਸਕਦੀ, ਉਹਨਾਂ ਨੂੰ ਉੱਥੇ ਰਹਿਣਾ ਪਊਗਾ ਤੇ ਠੋਕ ਕੇ ਵਿਰੋਧ ਕਰਨਾ ਪਊਗਾ, ਔਰ ਇਹ ਕਹਿ ਕੇ ਕਰਨਾ ਪਊਗਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈ, ਅਸੀਂ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਨੂੰ ਸਪੋਰਟ ਨਹੀਂ ਕਰਦੇ। ਜੇ ਉਹਨਾਂ ਨੇ ਦਿੱਲੀ ਦੇ ਵਿੱਚ ਅਜੇ ਮਾਕਨ ਔਰ ਪੰਜਾਬ ਦੇ ਵਿੱਚ ਆਪਣੇ ਕਾਂਗਰਸੀ ਲੀਡਰਾਂ ਨੂੰ ਸੈਟੀਸਫਾਈ ਰੱਖਣਾ ਹੈ ਤੇ ਉਹਨਾਂ ਨੂੰ ਇਹ ਭਾਸ਼ਣ ਦੇ ਵਿੱਚ ਕਹਿਣਾ ਪਊਗਾ, ਜਦੋਂ VOTING ਤੋਂ ਪਹਿਲਾਂ ਬਹਿਸ ਹੋ ਰਹੀ ਹੋਊਗੀ, ਕਿ ਅਸੀਂ ਸਿਰਫ ਤੇ ਸਿਰਫ ਸੰਵਿਧਾਨਕ ਸੰਸਥਾਵਾਂ ਦੀ ਗਰਿਮਾ ਮਰਿਆਦਾ ਬਚਾਉਣ ਲਈ ਕਰ ਰਹੇ ਹਾਂ, ਅਸੀਂ ਆਮ ਆਦਮੀ ਪਾਰਟੀ ਦੇ ਹੱਕ 'ਚ ਨਹੀਂ ਗੇ, ਇਹਨਾਂ ਦੀ ਪੋਲਿਟਿਕਸ ਵੀ ਮਾੜੀ ਹੈ, ਇਹ ਕਹਿਣਾ ਪਊਗਾ। ਤੇ ਉਸ ਦੇ ਨਹੀਂ ਇਹ ਵੀ ਰੌਲਾ ਪਊਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੱਲ ਨੂੰ ਬਣਨ ਵਾਲੇ ਗੱਠਜੋੜ ਹੈ, ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀਆਂ ਚੱਲ ਸਕਣਗੀਆਂ ਕਿ ਨਹੀਂ। ਇਹ ਫਰੈਂਡਲੀ ਮੈਚ ਨਾਲ ਨਹੀਂ ਸਰਨਾ। ਪੰਜਾਬ ਦੇ ਵਿੱਚ ਜੇ ਫਰੈਂਡਲੀ ਮੈਚ ਨਜ਼ਰ ਆਊਗਾ ਤੇ ਇਹਦਾ ਨੁਕਸਾਨ ਦੋਨਾਂ ਨੂੰ ਆ, ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਵੀ ਹੋਏਗਾ। ਪਰ ਇਸ ਵੇਲੇ ਫਾਇਦਾ ਕਿਹਨੂੰ ਹੁੰਦਾ, ਇਹ ਵੀ ਰੌਲੇ ਨੇ। ਪੰਜਾਬ ਦੇ ਲੋਕ ਬੁਰੀ ਤਰ੍ਹਾਂ ਸਾਰਿਆਂ ਨੂੰ ਰੱਦ ਕਰ ਚੁੱਕਿਆ। ਮੈਨੂੰ ਤਾਂ ਕਦੇ ਕਦੇ ਸ਼ੱਕ ਪੈਣ ਲੱਗ ਪੈਂਦਾ ਇੰਦਰਪ੍ਰੀਤ ਜੀ, ਜੇ ਕੋਈ 13 ਬੰਦੇ ਢੰਗ ਦੇ ਖੜੇ ਹੋ ਕੇ ਅੱਗੇ ਵੱਧ ਗਏ ਤਾਂ ਆਮ ਆਦਮੀ ਪਾਰਟੀ ਨੂੰ ਵੀ ਲੈਣੇ ਤੇ ਦੇਣੇ ਪੈ ਸਕਦੇ। ਸਾਰੇ ਮਾਮਲੇ ਇੰਜ ਹੀ ਅੱਗੇ ਵਧਣਗੇ। ਮੈਨੂੰ ਲੱਗਦਾ ਕੋਈ ਗੱਲ ਕਰਨ ਵਾਲੀ ਬਾਕੀ ਤਾਂ ਨਹੀਂ। ਅੱਜ ਦੇ ਦਿਨ ਲਈ ਖਤਮ ਕਰੀਏ ਫਿਰ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।